हेलो एवरीवन, वेलकम टू ऑल। एज यू ऑल नो कि ਅਸੀਂ PS ਟੈਟ ਦੀ ਤਿਆਰੀ ਕਰ ਰਹੇ ਹਾਂ ਜਿਹੜੀ ਕਿ ਫ੍ਰੀ ਆਫ ਕੋਸਟ ਚੱਲ ਰਹੀ ਹੈ। ਤੁਸੀਂ ਪਿੱਛੇ ਜੇ ਇੱਕ ਮੈਸੇਜ ਕਾਫੀ ਵਾਇਰਲ ਹੋਇਆ, ਤੁਸੀਂ ਉਹ ਪੜ੍ਹਿਆ ਹੋਣਾ ਕਿ PS ਟੈਟ ਜਿਹੜਾ ਕਿ ਦਸੰਬਰ ਮਹੀਨੇ ਦੇ ਦੂਸਰੇ ਹਫਤੇ ਲਿਆ ਜਾਊਗਾ। ਮੈਂ ਪਿਛਲੇ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸਿਆ ਵੀ ਸੀਗਾ ਕਿ ਅਗਰ ਦਸੰਬਰ ਦੇ ਵਿੱਚ ਵੀ ਟੈਸਟ ਹੁੰਦਾ ਹੈ ਤੁਹਾਡਾ ਤਾਂ ਹੁਣ ਤੱਕ ਇਹਨਾਂ ਦਾ ਨੋਟੀਫਿਕੇਸ਼ਨ ਆ ਜਾਣਾ ਚਾਹੀਦਾ ਸੀਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਆਫੀਸ਼ੀਅਲ ਨੋਟੀਫਿਕੇਸ਼ਨ ਆ ਵੀ ਜਾਵੇ। ਇਸ ਲਈ ਆਪਣੀ ਤਿਆਰੀ ਜਿਹੜੀ ਇਹਨੂੰ ਜ਼ੋਰਾਂ 'ਤੇ ਕਰ ਲਓ, ਤਿਆਰੀ ਆਪਣੀ ਅੱਛੇ ਤਰੀਕੇ ਨਾਲ ਕਰ ਲਓ। ਬਾਕੀ ਤੱਕ ਵੀ ਇਹ ਮੈਸੇਜ ਪਹੁੰਚਾਓ, ਬਾਕੀਆਂ ਨੂੰ ਵੀ ਕਹੋ ਕਿ ਵੀ ਆਪਣੀ ਤਿਆਰੀ ਕਰਨ, ਕਿਉਂਕਿ ਬੱਚੇ ਜ਼ਰੂਰੀ ਹੈ ਇਹ ਚੀਜ਼। ਮੈਂ ਆਈ ਥਿੰਕ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ, ਜਦੋਂ ਆਪਾਂ ਨੇ ਕੋਰਸ ਸ਼ੁਰੂ ਕੀਤਾ ਸੀਗਾ, ਮੈਂ ਉਦੋਂ ਕਿਹਾ ਸੀ ਕਿ ਥੋੜੀ ਨਾ ਤਿਆਰੀ ਆਪਣੀ ਕਰਦੇ ਰਹੋ। ਅਦਰਵਾਈਜ਼ ਕੀ ਹੋਊਗਾ, ਮੌਕੇ 'ਤੇ ਆ ਕੇ ਜਦੋਂ ਸਾਡੇ ਕੋਲੇ 30 ਦਿਨ ਰਹਿ ਗਏ, ਜਦੋਂ ਸਾਡੇ ਕੋਲੇ 20 ਦਿਨ ਰਹਿ ਗਏ, ਜਦੋਂ ਸਾਡੇ ਕੋਲੇ 10 ਦਿਨ ਰਹਿ ਗਏ, ਅਸੀਂ ਅਗਰ ਇਸ ਟਾਈਮ 'ਤੇ ਆ ਕੇ ਐਕਟਿਵ ਹੋ ਰਹੇ ਹਾਂ, ਅਗਰ ਅਸੀਂ ਇਸ ਟਾਈਮ 'ਤੇ ਆ ਕੇ ਥੋੜ੍ਹੇ ਜਿਹੇ ਸਾਡੀਆਂ ਅੱਖਾਂ ਖੁੱਲ੍ਹ ਰਹੀਆਂ ਨੇ, ਇਹਨੂੰ ਨਾ ਮੈਂ ਅਕਸਰ ਇੱਕ ਵਰਡ ਯੂਜ਼ ਕਰਦਾ ਹੁੰਦਾ ਕਿ ਅਸੀਂ ਲੋਕ ਕੀ ਹਾਂ, ਸਪੈਸ਼ਲੀ ਸਟੂਡੈਂਟ ਜਾਂ ਫਿਰ ਅਸੀਂ ਪੰਜਾਬੀ ਲੋਕ, ਅਸੀਂ ਬੱਚੇ ਪ੍ਰੈਸ਼ਰ ਕੁੱਕਰ ਹਾਂ। ਜਦ ਤੱਕ ਨਾ ਸਾਡੇ ਉੱਪਰ ਪ੍ਰੈਸ਼ਰ ਜਿਹਾ ਪੈਂਦਾ ਨਹੀਂ ਹੈਗਾ, ਜਦ ਤੱਕ ਅਸੀਂ ਪ੍ਰੈਸ਼ਰਾਈਜ਼ ਹੁੰਦੇ ਨਹੀਂ ਹੈਗੇ, ਜਦ ਤੱਕ ਅਸੀਂ ਕੁਝ ਕਰਦੇ ਨਹੀਂ, ਜਦ ਤੱਕ ਅਸੀਂ ਪ੍ਰੈਸ਼ਰਾਈਜ਼ ਹੁੰਦੇ ਨਹੀਂ ਹੈਗੇ, ਜਦ ਤੱਕ ਅਸੀਂ ਕੁਝ ਕਰਦੇ ਨਹੀਂ ਹੈਗੇ। ਬਟ ਬੱਚੇ ਸੋਚ ਕੇ ਦੇਖੋ ਕਿ ਆਪਣੇ ਕੋਲੇ 150 ਨੰਬਰ ਦਾ ਪੇਪਰ ਆ, ਜਿਹਦੇ ਵਿੱਚੋਂ ਘੱਟ ਤੋਂ ਘੱਟ ਆਪਾਂ ਨੇ 90 ਲੈਣੇ ਨੇ। ਕੁਝ ਸਪੈਸ਼ਲ ਕੇਸਿਸ ਦੇ ਵਿੱਚ, ਕੈਟਾਗਰੀ ਵਾਲੇ ਕੇਸਿਸ 'ਚ ਆਪਾਂ ਨੇ ਘੱਟ ਤੋਂ ਘੱਟ 82 ਨੰਬਰ ਤਾਂ ਹਰ ਹਾਲ ਦੇ ਵਿੱਚ ਲੈਣੇ ਹੀ ਲੈਣੇ ਨੇ, ਹੈ ਨਾ। ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਕਿ 30 ਦਿਨਾਂ ਦੀ ਤਿਆਰੀ ਦੇ ਵਿੱਚ ਅਸੀਂ ਆ 82 ਨੰਬਰ ਜਾਂ 90 ਨੰਬਰ 30 ਦਿਨਾਂ ਦੀ ਤਿਆਰੀ ਦੇ ਵਿੱਚ ਹਾਊ ਇਜ਼ ਇਟ ਪੋਸੀਬਲ ਲੈ ਲਾਂਗੇ, ਜਦ ਕਿ ਸਾਨੇ 5 ਸਬਜੈਕਟ ਵੀ ਤਾਂ ਪੜ੍ਹਨੇ ਨੇ, 5 ਵੀ ਨਹੀਂ ਬਲਕਿ 7 ਸਬਜੈਕਟ ਪੜ੍ਹਨੇ ਨੇ। ਹਾਓ ਸਾਡੇ ਕੋਲੇ 30 ਨੰਬਰ ਦੀ ਸਾਈਕੋਲੋਜੀ ਆ, ਸਾਡੇ ਕੋਲੇ 30 ਨੰਬਰ ਦੀ ਪੰਜਾਬੀ ਆ, ਸਾਡੇ ਕੋਲੇ 30 ਨੰਬਰ ਦੀ ਇੰਗਲਿਸ਼ ਆ, ਸਾਡੇ ਕੋਲੇ ਬੱਚੇ 60 ਨੰਬਰ ਦੀ SST ਆ। ਦੇਖਣ ਨੂੰ ਬੱਚੇ 60 ਨੰਬਰ ਨੇ, ਇਹ ਵੀ ਦੇਖਣ ਨੂੰ ਸਿਰਫ SST ਇੱਕ ਸਬਜੈਕਟ ਆ। ਇਹ ਵੀ ਤਾਂ ਦੇਖੋ ਕਿ ਇਹਦੇ ਵਿੱਚ ਪੋਲੀਟੀਕਲ ਵੀ ਆ ਰਹੀ ਆ, ਇਹਦੇ ਵਿੱਚ ਹਿਸਟਰੀ ਵੀ ਆ ਰਹੀ ਆ, ਇਹਦੇ ਵਿੱਚ ਤੁਹਾਡੀ ਜਿਓਗ੍ਰਾਫੀ ਵੀ ਆ ਰਹੀ ਆ। ਆਹ ਵੀ ਤਾਂ 3 ਸਬਜੈਕਟ ਕਵਰ ਕਰਨੇ ਨੇ ਆਪਾਂ ਨੇ। ਜਾਂ ਅਗਰ ਤੁਸੀਂ ਮੈਥ ਸਾਇੰਸ ਵਾਲੇ ਹੋ ਤਾਂ 30 ਨੰਬਰ ਦਾ ਮੈਥ ਹੋ ਗਿਆ, 30 ਨੰਬਰ ਦੀ ਸਾਇੰਸ ਹੋ ਗਈ। ਚਲੋ ਅਗਰ ਆਪਾਂ SST ਵੀ ਕਾਊਂਟ ਕਰਦੇ ਹਾਂ ਤਾਂ 1 2 3 4 5 6 ਸਬਜੈਕਟ ਹੋ ਗਏ ਬੱਚੇ। ਹਾਊ ਇਜ਼ ਇਟ ਪੋਸੀਬਲ ਕਿ ਤੁਸੀਂ 6 ਸਬਜੈਕਟਾਂ ਨੂੰ ਸਿਰਫ 30 ਦਿਨਾਂ ਦੇ ਵਿੱਚ ਕਰ ਲਓਗੇ? ਹਾਊ ਇਜ਼ ਇਟ ਪੋਸੀਬਲ? ਹਾਊ ਇਜ਼ ਇਟ ਪੋਸੀਬਲ ਕਿ 6 ਦੇ 6 ਸਬਜੈਕਟ 30 ਦਿਨਾਂ 'ਚ ਹੋ ਜਾਣ? ਔਰ ਅਗਰ ਆਪਾਂ ਐਵਰੇਜ ਹੀ ਕੱਢੀਏ ਤਾਂ ਇੱਕ ਸਬਜੈਕਟ ਨੂੰ 5 ਦਿਨ ਆ ਰਹੇ ਨੇ। ਉਹਨਾਂ 5 ਦਿਨਾਂ 'ਚ ਤੁਹਾਨੂੰ ਜੀ ਸਿਲੇਬਸ ਵੀ ਕਵਰ ਕਰਨਾ ਹੈ, ਉਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ ਕਨਸੈਪਟ ਵੀ ਕਲੀਅਰ ਕਰਨੇ ਨੇ, ਉਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ MCQs ਵੀ ਕਰਨੇ ਨੇ, ਉਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ 1 ਲਾਈਨਰ ਵੀ ਕਰਨੇ ਨੇ, ਉਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ ਪੁਰਾਣੇ ਸਾਰੇ ਪੇਪਰ ਵੀ ਸੋਲਵ ਕਰਨੇ ਨੇ। ਯਾਰ ਕੀ ਕਰ ਲਓਗੇ 5 ਦਿਨਾਂ 'ਚ? ਸੋ ਜਿਹੜੇ ਹਾਲੇ ਵੀ ਤਿਆਰੀ ਨਹੀਂ ਕਰ ਰਹੇ ਉਹਨਾਂ ਨੂੰ ਕਹੋ ਤਿਆਰੀ ਕਰਨ, ਠੰਡੇ ਦਿਮਾਗ ਨਾਲ ਤਿਆਰੀ ਕਰਨ। ਬਹੁਤ ਜ਼ਰੂਰੀ ਆ ਬੱਚੇ, ਬਹੁਤ ਜ਼ਰੂਰੀ ਆ। ਅਦਰਵਾਈਜ਼ ਆਪਾਂ ਪ੍ਰੈਸ਼ਰ ਕੁੱਕਰ, ਮੌਕੇ 'ਤੇ ਆ ਕੇ ਪ੍ਰੈਸ਼ਰ ਪਊਗਾ, ਤਿਆਰੀ ਕਰ ਲਾਂਗੇ, ਬਾਅਦ 'ਚ ਕੁਛ ਨਹੀਂ ਬਣਨਾ ਹੈਗਾ। ਤਿਆਰੀ ਕਰੇ ਤੇ ਨਿਕਲੂਗਾ, ਔਖਾ ਕੁਛ ਨਹੀਂ ਹੈਗਾ, ਗੱਲਾਂ ਹੀ ਨੇ ਇਹ ਔਖੇ ਵਾਲੀਆਂ ਤਾਂ। ਚਲੋ ਖੈਰ, ਆਪਾਂ ਜੋ ਆਪਣਾ ਟੌਪਿਕ ਆ ਆਪਾਂ ਉਹਦੀ ਸ਼ੁਰੂਆਤ ਕਰਦੇ ਹਾਂ। ਆਪਣਾ ਬੱਚੇ ਤੁਸੀਂ ਦੇਖਿਆ ਹੈ ਕਿ ਲਗਭਗ ਆਪਾਂ ਆਪਣੇ 6ਵੇਂ 7ਵੇਂ ਆਈ ਥਿੰਕ 8ਵੇਂ ਟੌਪਿਕ ਦੇ ਉੱਪਰ ਪਹੁੰਚ ਚੁੱਕੇ ਹਾਂ। ਦ ਫਸਟ ਐਮਪਾਇਰ ਆਪਾਂ ਕਰ ਰਹੇ ਸੀਗੇ, ਮੌਰੀਅਨ ਐਮਪਾਇਰ। ਮੌਰੀਅਨ ਐਮਪਾਇਰ ਦੇ ਵਿੱਚ ਪਹਿਲੇ ਦੇ ਵਿੱਚ ਆਪਾਂ ਨੇ ਸਾਰਾ ਮੌਰੀਆ ਸਿਸਟਮ ਬਾਰੇ ਪੜ੍ਹਿਆ ਸੀਗਾ, ਦੂਜੇ ਦੇ ਵਿੱਚ ਆਪਾਂ ਨੇ ਮੌਰੀਅਨ ਰੂਲਰਸ ਬਾਰੇ ਪੜ੍ਹਿਆ ਸੀਗਾ, ਤੇ ਅੱਜ ਤੀਸਰੀ ਵੀਡੀਓ ਦੇ ਵਿੱਚ, ਤੀਸਰੇ ਲੈਕਚਰ ਦੇ ਵਿੱਚ ਆਪਾਂ ਨੇ ਪੜ੍ਹਨਾ ਹੈ ਮੌਰੀਅਨਸ ਐਡਮਿਨਿਸਟ੍ਰੇਸ਼ਨ, ਮੌਰੀਅਨਸ ਰਾਜ ਪ੍ਰਬੰਧ। ਉਹ ਆਪਣਾ ਸਿਸਟਮ ਕਿਸ ਤਰੀਕੇ ਨਾਲ ਚਲਾਉਂਦੇ ਸੀਗੇ, ਉਹ ਆਪਣਾ ਰਾਜ ਪ੍ਰਬੰਧ ਕਿਸ ਤਰੀਕੇ ਨਾਲ ਚਲਾਉਂਦੇ ਸੀਗੇ, ਉਹਨਾਂ ਦੀਆਂ ਪੋਲਿਸੀਜ਼ ਕੀ ਸੀਗੀਆਂ, ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਕੀ ਸੀਗੇ, ਉਹਨਾਂ ਨੇ ਆਪਣੇ ਪੂਰੇ ਦੇ ਪੂਰੇ ਸਿਸਟਮ ਨੂੰ ਕਿਸ ਤਰੀਕੇ ਨਾਲ ਡਿਵਾਈਡ ਕੀਤਾ ਹੋਇਆ ਸੀਗਾ। ਕੱਲੀ ਚੀਜ਼ ਈਚ ਐਂਡ ਐਵਰੀ ਆਪਾਂ ਇਹਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਤੇ ਬੱਚੇ ਕੋਸ਼ਿਸ਼ ਕਰਿਓ
कि ये वाली जो मतलब अपनी अज का जो लैक्चर रहने वाला है ये थोड़ा जिहा लेंथी रहेगा। तुसीं ये देख लो कि अपने 9 पॉइंट ने जिहड़े डिस्कस करने ने सारे। अपने इन्हां दा लोकल एडमिनिस्ट्रेशन देखना कि लोकल पद्धर ते ये किवें सिस्टम चलाउंदे ने। अपने इन्हां दी म्यूनसिपैलिटीज़ या फिर सिटी दी एडमिनिस्ट्रेशन देखनी आ। अपने इन्हां दे सेंट्रल एडमिनिस्ट्रेशन देखनी आ। अपने इन्हां दी मिलटरी एडमिनिस्ट्रेशन देखनी आ। अपने इन्हां दा लॉ देखना, इन्हां दे कानून किस तरह दे सीगे या कौन बनाउंदा सीगा। अपने इन्हां दा जस्टिस सिस्टम देखना है, फैसले किवें करदे सीगे। अपने इन्हां दी डिप्लोमेसीज़ देखनियां ने, यह देश के अंदर या अपने शहर के अंदर किस तरीके नाल डिप्लोमेट होंदे सीगे ते शहर तो बाहर दूजे देशों के नाल इन्हां दे डिप्लोमेसी सिस्टम किस तरह का हुंदा सीगा। अपने देखना कि डिप्लोमेट्स कौन कौन होंदे सीगे, उन्हां दे नाम की होंदे सीगे। अपने देखना है कोशा हुंदा है पैसे नाल रिलेटेड सिस्टम। सो अपने इन्हों सारे डिटेल च पढ़ना है। अज का अपना लैक्चर थोड़ा जिहा आम रूटीन नालों लेंथी रहने वाला है। सो कोशिश करो कि तुसी एक मतलब ले दे विच बैठे रहो या टाइम जिहा कट के अपना बैठो। तो हाँ, जो मैं अक्सर कहना उन्होंने नोट्स वगैरह जरूर क्रिएट कर लियो, जरूरी ने। ठीक है, तो आप स्टार्टिंग करते हैं सब तो पहला अपने लोकल एडमिनिस्ट्रेशन की। जो असीं बच्चे गल करते हैं लोकल एडमिनिस्ट्रेशन की, आप छोटी इकाई तो लेके वड्डी इकाई तक सारा देखेंगे कि किमें डिवाइड होया होया सीगा। सब तो पहला बच्चे आप गल करते हैं विलेजेस। सब तो पहला आप गल करते हैं विलेजेस की। लोकल दे विच सब तो जिहड़ी छोटी इकाई आउंदी सीगी उहनूं असीं कहंदे सीगे विलेजेस। ठीक है, तो विलेजेस का जिहड़ा हैड हुंदा सीगा उहनूं असीं कहंदे सीगे ग्रामीण या फिर ग्रामिका। तुसी हुण भी देखिया होएगा आपां अपने विलेजेस नूं पिंड कह दिंदे आ। आप अपने विलेजेस नूं पिंड कह दिंदे आ, बट बच्चे अगर आप पंजाब तो बाहर की गल करिए तो वह ना पिंड नूं ग्राम कहते हैं। ग्राम पंचायत, ग्राम सभा, वो पिंड नूं ग्राम कहते हैं। एक्चुअली ग्राम आ जिहड़ा हिंदी का वर्ड या आई थिंक कुछ होर भाषा का भी आप हिंदी मन के चलते हैं ग्राम। तो इस ग्राम तो ही ग्रामीण या फिर ग्रामिका बनिया है। ठीक है, तो पिंड का या ग्राम का जिहड़ा हैड हुंदा सीगा उहनूं असीं ग्रामिका या ग्रामीण कह दिंदे सीगे। इस तो बाद बच्चे साडे कोले आंदा है ग्रुप ऑफ विलेजेस। ग्रुप ऑफ विलेजेस, जो असीं ग्रुप ऑफ विलेजेस की गल करते हैं तो ये अकॉर्डिंग टू देयर साइज ये 2 विलेजेस हो सकते सीगे, ये 5 विलेजेस हो सकते सीगे, ये 10 विलेजेस हो सकते सीगे, ये 20 विलेजेस भी हो सकते सी। सो अकॉर्डिंग टू साइज ग्रुप ऑफ विलेजेस बनाए हुए सीगे। उन्हें ग्रुप ऑफ विलेजेस का जिहड़ा सिस्टम हुंदा सीगा उन्होंने 2 ऑफिसर्स द्वारा चलाया जाता सीगा, उन्होंने 2 हैड द्वारा चलाया जाता सीगा। इन्हूं तुसीं चाहे हैड कह लो चाहे ऑफिसर्स कह लो। जिवें विलेजेस जिहड़े हुंदे सीगे ग्रामीण दे अंडर हुंदे सीगे, उवें जिहड़ा ग्रुप ऑफ विलेजेस हुंदा सीगा उहदे विच 2 ऑफिसर्स या फिर हैड हुंदे सी। पहले नूं असीं कहंदे सीगे गोपा, फस्ट हुंदा सीगा गोपा ते सैकेंड हुंदा सीगा बच्चे स्थानिका। सैकेंड हुंदा सीगा स्थानिका। जिहड़ा तां हुंदा सीगा गोपा, ਉਹਦਾ ਕੰਮ ਹੁੰਦਾ ਸੀਗਾ अकाउंट मेनटेन करना। ਉਹਨੇ सारे अकाउंट जिन्ने भी ਉਹਦੇ अकाउंट ने वो सारे अकाउंट ਉਹਨੇ देखने ने। अकाउंट्स मेनटेन करना। ਤੇ ਜਿਹੜਾ ਕੰਮ ਹੁੰਦਾ ਸੀਗਾ ਬੱਚੇ ਸਥਾਨਿਕਾ ਦਾ, ਇਹਦੇ ਲਈ ਹੁੰਦਾ ਸੀਗਾ टैक्सेस कलैक्शन। इसने टैक्स वगैरह सारे कलैक्ट करने होंगे सीगे। ठीक है, सो अपने को 2 आ गए, एक आ गया ग्रामीणा सॉरी एक आ गया गोपा तो एक आ गया स्थानिका। इस तो बाद अपने को की आता सब तो छोटी इकाई जस्ट वेट थोड़ी जी तार सब तो छोटी इकाई, उस तो बाद उस तो वड्डी इकाई, उस तो बाद जिहड़ा ग्रुप ऑफ विलेजेस हुंदा सीगा अगे जिलिਆਂ 'ਚ वंडिया हुंदा सीगा, अगे डिस्ट्रिक्ट्स ਦੇ ਵਿੱਚ ਵੰਡਿਆ ਹੁੰਦਾ ਸੀਗਾ, ਜ਼ਿਲ੍ਹੇ ਬਾਰੇ ਦੀ ਵੰਡ ਕੀਤੀ ਹੋਈ ਹੁੰਦੀ ਸੀਗੀ। ਠੀਕ ਹੈ, ਤੇ ਜ਼ਿਲ੍ਹੇ ਦੇ ਹੈੱਡ ਨੂੰ ਅਸੀਂ ਕਹਿੰਦੇ ਸੀਗੇ ਰਾਜੂਕਾ। ਇਹਦੇ ਹੈੱਡ ਨੂੰ ਕੀ ਕਿਹਾ ਜਾਂਦਾ ਸੀਗਾ ਰਾਜੂਕਾ, ਜਾਂ ਫਿਰ ਇਹਨੂੰ ਹੋਰ ਕੀ ਨਾਮ ਦੇ ਦਿੱਤਾ ਜਾਂਦਾ ਸੀਗਾ ਯੁਕਤਾ। ਇਹਨੂੰ ਜਾਂ ਤਾਂ ਰਾਜੂਕਾ ਕਹਿ ਦਿੱਤਾ ਜਾਂਦਾ ਸੀਗਾ ਜਾਂ ਫਿਰ ਯੁਕਤਾ ਕਹਿ ਦਿੱਤਾ ਜਾਂਦਾ ਸੀਗਾ। ठीक है, इस तो बाद बच्चे साडे कोल आउंदी है डिवीजन्स। डिस्ट्रिक्ट तो बाद उस तो वड्डा पद्धर आ गया डिवीजन।
ਤੇ ਡਿਵੀਜ਼ਨ ਦਾ ਜਿਹੜਾ ਹੈੱਡ ਹੁੰਦਾ ਸੀਗਾ ਉਹਨੂੰ ਪ੍ਰਾਦੇਸਤਰੀ ਕਹਿੰਦੇ ਸੀਗੇ। ਪ੍ਰਾਦੇਸਤਰੀ। ਡਿਵੀਜ਼ਨ ਤੋਂ ਬਾਅਦ ਸਾਡੇ ਕੋਲ ਹੁੰਦੀ ਹੈ ਪ੍ਰੋਵਿੰਸ, ਤੇ ਪ੍ਰੋਵਿੰਸ ਦਾ ਜਿਹੜਾ ਹੈੱਡ ਹੁੰਦਾ ਸੀਗਾ ਯੂਜੂਅਲੀ ਜਾਂ ਤਾਂ ਇਹ ਰਾਜਕੁਮਾਰ ਜਾਂ ਫਿਰ ਇਹਨੂੰ ਆਪਾਂ ਗਵਰਨਰ ਵੀ ਕਹਿ ਦਿੰਦੇ ਸੀਗੇ। ਜਾਂ ਤਾਂ ਇਹ ਰਾਜਕੁਮਾਰ ਹੁੰਦਾ ਸੀਗਾ ਤੇ ਜਾਂ ਫਿਰ ਇਹਨੂੰ ਆਪਾਂ ਗਵਰਨਰ ਵੀ ਕਹਿ ਦਿੰਦੇ ਸੀ। ਹੋਪ ਕਿ ਆ ਸਿਸਟਮ ਤੁਹਾਨੂੰ ਸਮਝ ਆਇਆ ਹੋਊਗਾ ਤੇ ਸਪੈਸ਼ਲੀ ਇਹਨਾਂ ਦੇ ਨਾਮ ਸਮਝ ਆਏ ਹੋਣਗੇ। ਤੁਹਾਨੂੰ ਪੁੱਛਿਆ ਜਾਊਗਾ ਬੱਚੇ ਕਿ ਵਿਲੇजेस ਦੇ ਜਿਹੜਾ ਹੈੱਡ ਹੁੰਦਾ ਸੀਗਾ ਉਹਨੂੰ ਕੀ ਕਿਹਾ ਜਾਂਦਾ ਸੀ, ਡਿਵੀਜ਼ਨ ਦੇ ਹੈੱਡ ਨੂੰ ਕੀ ਕਿਹਾ ਜਾਂਦਾ ਸੀ, ਪ੍ਰੋਵਿੰਸ ਦੇ ਹੈੱਡ ਨੂੰ ਕੀ ਕਿਹਾ ਜਾਂਦਾ ਸੀ। ਇਹ ਤੁਹਾਨੂੰ ਧਿਆਨ ਦੇ ਵਿੱਚ ਰੱਖਣਾ ਹੋਊਗਾ, ਠੀਕ ਹੈ। ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸਭ ਤੋਂ ਵੱਡਾ ਪੱਧਰ ਹੁੰਦਾ ਸੀਗਾ ਉਹ ਹੁੰਦਾ ਸੀਗਾ ਪ੍ਰੋਵਿੰਸ, ਉਸ ਤੋਂ ਛੋਟਾ ਪੱਧਰ ਹੁੰਦਾ ਸੀਗਾ ਡਿਵੀਜ਼ਨਸ, ਉਸ ਤੋਂ ਛੋਟਾ ਪੱਧਰ ਹੁੰਦਾ ਸੀਗਾ ਡਿਸਟ੍ਰਿਕਟਸ, ਉਸ ਤੋਂ ਛੋਟਾ ਪੱਧਰ ਹੁੰਦਾ ਸੀਗਾ ਗਰੁੱਪ ਆਫ ਵਿਲੇजेस, ਉਸ ਤੋਂ ਛੋਟਾ ਪੱਧਰ ਹੁੰਦਾ ਸੀਗਾ ਵਿਲੇजेस। ਅੰਡਰਸਟੈਂਡ, ਸਮਝ ਆ ਗਿਆ ਸਾਰਾ ਕੁਝ। ਨੈਕਸਟ ਇਸ ਤੋਂ ਬਾਅਦ ਆਪਾਂ ਨੇ ਜੋ ਕਵਰ ਕਰਨਾ ਹੈ ਉਹ ਆਪਾਂ ਨੇ ਕਵਰ ਕਰਨਾ ਹੈ ਮਿਊਨਿਸਿਪਲ ਐਡਮਿਨਿਸਟ੍ਰੇਸ਼ਨ ਔਰ ਸਿਟੀ ਐਡਮਿਨਿਸਟ੍ਰੇਸ਼ਨ। ਜਦੋਂ ਅਸੀਂ ਗੱਲ ਕਰਦੇ ਹਾਂ ਮਿਊਨਿਸਿਪਲ ਐਡਮਿਨਿਸਟ੍ਰੇਸ਼ਨ ਦੀ ਜਾਂ ਫਿਰ ਸਿਟੀ ਐਡਮਿਨਿਸਟ੍ਰੇਸ਼ਨ ਦੀ, ਆਪਾਂ ਨੇ ਆਪਣੀ ਫਸਟ ਲੈਕਚਰ ਦੇ ਵਿੱਚ ਮੌਰੀਅਨ ਐਮਪਾਇਰ ਦੇ ਨਾਲ ਸੰਬੰਧਿਤ ਆਪਾਂ ਨੇ ਆਪਣੇ ਫਸਟ ਲੈਕਚਰ ਦੇ ਵਿੱਚ ਇੱਕ ਚੀਜ਼ ਕਵਰ ਕੀਤੀ ਸੀ। ਉਹ ਕੀ ਸੀਗਾ? ਫਸਟ ਲੈਕਚਰ ਦੇ ਵਿੱਚ ਆਪਾਂ ਨੇ ਸੋਰਸ ਆਫ ਇਨਫੋਰਮੇਸ਼ਨ ਕਵਰ ਕੀਤਾ ਸੀਗਾ, ਜਿਹਦੇ ਵਿੱਚ ਆਪਾਂ ਨੇ ਮੈਗਸਥਨੀਜ਼ ਬਾਰੇ ਪੜ੍ਹਿਆ ਸੀਗਾ, ਜਿਹਦੇ ਵਿੱਚ ਆਪਾਂ ਨੇ ਕੌਟਲਿਆ ਬਾਰੇ ਪੜ੍ਹਿਆ ਸੀਗਾ, ਜਿਹਦੇ ਵਿੱਚ ਆਪਾਂ ਨੇ ਕੌਟਲਿਆ ਦੇ ਅਰਥ ਸ਼ਾਸਤਰ ਬਾਰੇ ਪੜ੍ਹਿਆ ਸੀਗਾ, ਜਿਹਦੇ ਵਿੱਚ ਆਪਾਂ ਨੇ ਇਨਸਕ੍ਰਿਪਸ਼ਨ ਪੜ੍ਹੀਆਂ ਸੀਗੀਆਂ ਅਸ਼ੋਕਾ ਦੀਆਂ। ਸੋ ਜਿੰਨਾ ਵੀ ਸਿਸਟਮ ਆਪਾਂ ਨੇ ਪੜ੍ਹਨਾ ਹੈ ਆ ਸਾਰੇ ਦਾ ਸਾਰਾ ਸਿਸਟਮ ਆਪਾਂ ਨੇ ਉਹਨਾਂ ਬੁੱਕਸ ਦੀ ਰੈਫਰੈਂਸ ਦੇ ਨਾਲ ਹੀ ਆਪਾਂ ਪੜ੍ਹ ਰਹੇ ਹਾਂ, ਜਾਂ ਫਿਰ ਜਿਹੜਾ ਅਸ਼ੋਕਾ ਦੀ ਉਹ ਸੀਗੀ ਇਨਸਕ੍ਰਿਪਸ਼ਨ ਸੀਗੀਆਂ, ਸ਼ਿਲਾਲੇਖ ਸੀਗੇ, ਉਹਨਾਂ ਦੀ ਰੈਫਰੈਂਸ ਨਾਲ ਹੀ ਆਪਾਂ ਸਾਰਾ ਸਿਸਟਮ ਪੜ੍ਹ ਰਹੇ ਹਾਂ। ਤੇ ਹੁਣ ਆਪਣਾ ਜਿਹੜਾ ਦੂਸਰਾ ਸਿਸਟਮ ਆ ਮਿਊਨਿਸਿਪਲਸ ਔਰ ਸਿਟੀ ਐਡਮਿਨਿਸਟ੍ਰੇਸ਼ਨ, ਇਹਦੇ ਵਿੱਚ ਬੱਚੇ ਦੋ ਚੀਜ਼ਾਂ ਨੇ। ਇਹਦੇ ਵਿੱਚ ਜਿਹੜਾ ਕੌਟਲਿਆ ਦਾ ਅਰਥ ਸ਼ਾਸਤਰ, ਕੌਟਲਿਆਜ਼ ਅਰਥ ਸ਼ਾਸਤਰ, ਉਹ ਤਾਂ ਕਹਿ ਰਿਹਾ ਹੈ, ਕੌਟਲਿਆਜ਼ ਦਾ ਅਰਥ ਸ਼ਾਸਤਰ ਕਹਿ ਰਿਹਾ ਕਿ ਭਾਈ ਜਿਹੜੀ ਸਿਟੀ ਐਡਮਿਨਿਸਟ੍ਰੇਸ਼ਨ ਆ ਉਹ ਇੱਕ ਬੰਦੇ ਦੇ ਅੰਡਰ ਹੁੰਦੀ ਸੀਗੀ। ਸਾਰੀ ਦੀ ਸਾਰੀ ਸਿਟੀ ਜਾਂ ਫਿਰ ਸਾਰਾ ਦਾ ਸਾਰਾ ਜੋ ਵੀ ਇਹ ਮਿਊਨਿਸਿਪਲ ਹੈ ਜਿਹੜੀ ਉਹ ਕਿਸੇ ਇੱਕ ਬੰਦੇ ਦੇ ਅੰਡਰ ਹੋਊਗੀ ਤੇ ਉਸ ਬੰਦੇ ਦਾ ਨਾਮ ਹੋਊਗਾ ਨਗਰ ਜਾਂ ਫਿਰ ਨਾਗਰਿਕਾ। ਉਹਨੂੰ ਨਗਰ ਜਾਂ ਫਿਰ ਨਾਗਰਿਕਾ ਕਿਹਾ ਜਾਊਗਾ। ਪਰ ਅਗਰ ਅਸੀਂ ਗੱਲ ਕਰਦੇ ਹਾਂ ਮੈਗਸਥਨੀਜ਼ ਦੀ, ਮੈਗਸਥਨੀਜ਼ ਨੇ ਵੀ ਇੱਕ ਬੁੱਕ ਲਿਖੀ ਸੀਗੀ ਜਿਹਦਾ ਨਾਮ ਸੀਗਾ ਇੰਡਿਕਾ। ਅਗਰ ਅਸੀਂ ਮੈਗਸਥਨੀਜ਼ ਦੀ ਇੰਡਿਕਾ ਦੀ ਗੱਲ ਕਰਦੇ ਹਾਂ ਤਾਂ ਮੈਗਸਥਨੀਜ਼ ਦੀ ਇੰਡਿਕਾ ਕਹਿੰਦੀ ਆ ਕਿ ਕੋਈ ਇੱਕ ਪਰਸਨ ਨਾਗਰਿਕਾ ਨਹੀਂ ਹੁੰਦਾ ਸੀਗਾ ਉਸ ਟਾਈਮ। ਅਰਥ ਸ਼ਾਸਤਰਾਂ ਦੇ ਵਿੱਚ ਜਿਵੇਂ ਅਰਥ ਸ਼ਾਸਤਰ 'ਚ ਮੈਂਸ਼ਨ ਕੀਤਾ ਹੋਇਆ ਕਿ ਕੋਈ ਇੱਕ ਪਰਸਨ ਨਾਗਰਿਕਾ ਨਹੀਂ ਹੁੰਦਾ ਸੀਗਾ, ਬਲਕਿ 6 ਕਮੇਟੀਜ਼ ਹੁੰਦੀਆਂ ਸੀਗੀਆਂ। 6 ਕਮੇਟੀਜ਼ ਆਫ 5 persons, 5 members each, 5 members each। ਕਹਿੰਦੇ ਵੀ 6 ਕਮੇਟੀਆਂ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਹਰੇਕ ਕਮੇਟੀ ਦੇ ਵਿੱਚ 5 ਮੈਂਬਰ ਹੁੰਦੇ ਸੀਗੇ ਜਿਹੜੇ ਕਿ ਇਸ ਸਿਸਟਮ ਨੂੰ ਡੀਲ ਕਰਦੇ ਸੀਗੇ, ਠੀਕ ਹੈ। ਇਸ ਤੋਂ ਬਾਅਦ ਬੱਚੇ ਆਪਣੇ ਕੋਲੇ ਜੋ ਥਰਡ ਆ ਰਿਹਾ ਹੈ ਉਹ ਆ ਰਿਹਾ ਹੈ ਸੈਂਟਰਲ ਐਡਮਿਨਿਸਟ੍ਰੇਸ਼ਨ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਿਟੀ ਐਡਮਿਨਿਸਟ੍ਰੇਸ਼ਨ ਜਾਂ ਫਿਰ ਮਿਊਨਿਸਿਪਲ ਐਡਮਿਨਿਸਟ੍ਰੇਸ਼ਨ ਸਮਝ ਆ ਗਿਆ ਹੋਊਗਾ। ਨੈਕਸਟ ਆਪਣੇ ਕੋਲੇ ਆ ਰਿਹਾ ਸੈਂਟਰਲ ਐਡਮਿਨਿਸਟ੍ਰੇਸ਼ਨ। ਸੈਂਟਰਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੱਚੇ ਕੌਟਲਿਆ ਫੇਰ ਤੋਂ ਐਕਸਪਲੇਨ ਕਰ ਰਿਹਾ। ਕੌਟਲਿਆ ਨੇ ਇੱਕ ਥਿਊਰੀ ਦਿੱਤੀ ਆ ਸਪਤਾਂਗ ਥਿਊਰੀ। ਕੌਟਲਿਆ ਨੇ ਇੱਕ ਥਿਊਰੀ ਦਿੱਤੀ ਆ ਸਪਤਾਂਗ ਥਿਊਰੀ। ਇਹ ਥੋੜਾ ਜਿਹਾ ਸਮਝਣ ਵਾਲਾ ਹੈ ਬੱਚੇ, ਬਾਏ ਕੌਟਲਿਆ। ਤੇ ਕੌਟਲਿਆ ਦੇ ਹੋਰ ਨਾਮ ਕੀ ਸੀਗੇ? ਆਪਾਂ ਨੇ ਬਹੁਤ ਵਾਰ ਇਹਦੀ ਪੜ੍ਹ ਲਿਆ, ਇਹਨੂੰ ਬਹੁਤ ਵਾਰ ਦੇਖ ਲਿਆ, ਹੁਣ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕੌਟਲਿਆ ਦੇ ਹੋਰ ਨਾਮ ਕਿਹੜੇ ਕਿਹੜੇ ਸੀਗੇ। ਚਣਕਿਆ ਸੀਗਾ, ਵਿਸ਼ਨੂੰ ਗੁਪਤਾ ਸੀਗਾ, ਜਾਂ ਵਿਸ਼ਨੂੰ ਸ਼ਰਮਾ ਵੀ ਆਪਾਂ ਇਹਨੂੰ ਕਹਿ ਦਿੰਦੇ ਸੀਗੇ।
सप्तांग थ्योरी, कौटिल्य की कह रहा है, कहता सप्तांग थ्योरी मतलब यह बनया कित्थों, सप्तांग, सत अंग, सत अंग जोड़ जोड़ के घटोजा करके सप्तांग बन रहा है, सप्तांग सप्तांग। ठीक है, कहता भी जो सिस्टम आ, जो सेंट्रल सिस्टम आ, वो 7 डिविजन्स दे विच डिवाइड सीगा। सप्तांग थ्योरी उन्हें दित्ती है आपां नूं, ते सप्तांग थ्योरी की आ, सब तो पहला की होगा, कहता जिहड़ी स्टेट चलाई जाऊगी वो 7 चीज़ां नाल 7 डिविजन्स दे जरिए चलाई जाऊगी। पहला की आऊगा उहदे विच सवामीन, पहला की आऊगा सवामीन, दूसरा आऊगा अमत्या। जब तक मैं ना 7 का नाम लिखना, पिछली वीडियो में मैं तुहानूं दस्सिया सीगा अमत्या की हुंदा है, फटाफट कमेंट 'च जाके दसो मैनूं अमत्या की हुंदा है। तीसरा आ गया सीगा बच्चे अपने कोले जनपद, चौथा आ गया अपने कोले दुग्गा, दुग्गा, पंजवां हैगा अपने कोले कोसा, छेवां हैगा अपने कोले बाला, ते सत्तवां हैगा अपने कोले मित्रा। मित्रा कहता इस तरीके नाल आ 7 मतलब डिविजन्स लगा लो या 7 चीज़ां लगा लो, सप्तांग 7 अंग लगा लो, जिन्हां दे अकॉर्डिंग सिस्टम चलाया जाता है। हुण स्वामीन की गल करिए तो स्वामीन का मतलब हुंदा है किंग, जिहड़ा कि सारा कुछ देखूगा। अमत्या का मतलब हुंदा है मिनिस्टर्स, आगे याद, मिनिस्टर्स या फिर हेड ऑफिशियल्स, हेड ऑफिशियल्स। इस तो बाद जनपद का मतलब होता है टेरिटरी या फिर पॉपुलेशन। जो पॉपुलेशन ही नहीं होगी तो फिर तुम राज किहदे ते करोगे, जो जनपद ही नहीं होंगे, जो लोग ही नहीं होंगे, तुम राज किहदे उपर करोगे। इस तो बाद आता बच्चे दुग्गा, दुग्गा का मतलब होता है फोर्ट, कि भाई जिदा जिदा जिहड़ा जनपद हैगा आपके आले दुआले किले बंदे जी कर लो, कंधा कुंधा जी बना लो। इस तो बाद आ गया कोसा, कोसा नूं आपां कोशा भी कह दिंदे, आपां इहनूं कोसा जिहड़ा लिया गया आपां थोड़ा जिहा जोड़ के पढ़ते हैं कैश, कैश मतलब पैसा, पैसा मतलब खजाना, तो कोसा मतलब ट्रेजरी, ट्रेजरी का इंग्लिश पंजाबी मीनिंग हैगा है खजाना, खजाना। इस तो बाद आता बच्चे अपने को बाला, बाला उन्होंने कहने आपां आर्मी। तो इस तो बाद अपने को आता है मित्रा, मित्रा मतलब अलायंसिस, जिन्होंने आपां एली कह दिंदे आ, दोस्त, दोस्त मित्रा ना मित्रा। सो कौटिल्य कहता उन्हें सप्तांग थ्योरी दी कि भाई आ 7 चीज़ों के अंडर जो एडमिनिस्ट्रेशन सिस्टम चलाया जाता है, सेंट्रल आ जो। पर इत्थे तुहानूं एक चीज़ ध्यान रखनी है, जिहड़ा तां पहला राजा सीगा चंद्रगुप्त मौर्य, उस दे टाइम दे विच ही कौटिल्य आया सीगा, है ना। तो जिहड़ा राजे बहुत आए ने लास्ट दे विच, बट जिहड़ा मेन लास्ट राजा सीगा, मेन ਉਹ ਸੀਗਾ ਉਂਝ ਤਾਂ ਜਿਹੜਾ ਲਾਸਟ ਰਾਜਾ ਸੀਗਾ ਬ੍ਰਿਹਦਰਥ ਸੀਗਾ, ਬਟ ਜਿਹੜਾ ਮੇਨ ਲਾਸਟ ਰਾਜਾ ਸੀਗਾ ਉਹ ਸੀਗਾ ਅਸ਼ੋਕਾ। ਅਸ਼ੋਕਾ ਤੋਂ ਬਾਅਦ ਜਿਹੜਾ ਸਿਸਟਮ ਇਹਨਾਂ ਦਾ ਖਿੰਡਣਾ ਜਿਹਾ ਸ਼ੁਰੂ ਹੋ ਗਿਆ ਸੀਗਾ ਉਹ ਸੀਗਾ ਅਸ਼ੋਕਾ। ਤਾਂ ਫਿਰ ਹੁਣ ਇੱਥੇ ਮਸਲਾ ਇਹ ਆ ਬੱਚੇ ਕਿ ਅਸ਼ੋਕਾ ਦਾ ਸਿਸਟਮ ਹੋਰ ਆ, ਉਹਦਾ ਸਿਸਟਮ ਹੋਰ ਆ। ਕੌਣ ਆ ਉਹ ਆਪਣਾ ਪਹਿਲਾ ਰਾਜਾ, ਨਾਮ ਭੁੱਲ ਗਿਆ, ਪਹਿਲਾ ਰਾਜਾ ਆਪਣਾ ਹੈਗਾ ਚੰद्रगुप्त मौर्य। चंद्रगुप्त मौर्य का सिस्टम हो रहा, अशोका का सिस्टम हो रहा, बट आप पढ़ की रहे हैं मौर्यन एडमिनिस्ट्रेशन, तो आपको सारा कुछ ध्यान च रखना पऊगा। सप्तांग थ्योरी किने दिती आ? सप्तांग थ्योरी दिती आ कौटिल्य ने, पर अशोका के टाइम तक कौटिल्य हैगा नहीं सीगा। अशोक सप्तांग थ्योरी किहदे विच दिती गई है? अर्थशास्त्र दे विच, अर्थशास्त्र दे विच। बट अशोका नूं कौन चला रहा है? तो मतलब इत्थे आपां नूं चीज़ किवें समझ आऊगी? इत्थे तां डिविजन्स हो गई ना, आपां सिर्फ इहदे सहारे तां नहीं रह सकते, सिर्फ आपां कौटिल्य या अर्थशास्त्र के सहारे तां नहीं रह सकते। तां अशोका के टाइम दे विच बच्चे आपां नूं एक चीज़ होर मिलदी आ, अशोका के शिलालेख, अशोका दी इंस्क्रिप्शनस, जिहड़ा उन्हें जगह जगह कंधां दे उपर लिखवाया है, जिहड़ा उन्हें जगह जगह पिलर्स बनवा के लिखवाया है, जिहड़े उन्हें स्तूपां दे विच लिखवाया है। अशोका के सानू पिलर, सिंपली अशोका के सानू शिलालेख मिलते हैं, सानू उन्हां दी इंस्क्रिप्शनस मिलदियां ने। उन्हां इंस्क्रिप्शन की अगर आप गल करते हैं, और अगर आप गल करते हैं कौटिल्य के अर्थशास्त्र की, तो सिस्टम अलग अलग।
अकॉर्डिंग टू द इंस्क्रिप्शन सिस्टम अलग, अकॉर्डिंग टू द कौटिल्याज अर्थशास्त्र या फिर सप्तांग थ्योरी सिस्टम अलग। सो ਆਪਾਂ ਹੁਣ ਜੋ ਡਿਸਕਸ ਕਰਨ ਜਾ ਰਹੇ ਹਾਂ ਉਹ ਅਕੋਰਡਿੰਗ ਟੂ ਦ ਇਨਸਕ੍ਰਿਪਸ਼ਨਸ ਆਫ ਅਸ਼ੋਕ, ਉਹ ਸਿਸਟਮ ਕਿਵੇਂ ਚਲਾਉਂਦਾ ਸੀਗਾ, ਅਸ਼ੋਕਾ ਆਪਣਾ ਸਿਸਟਮ ਕਿਵੇਂ ਚਲਾਉਂਦਾ ਸੀਗਾ, ਉਸ ਚੀਜ਼ ਦੀ ਆਪਾਂ ਨੇ ਗੱਲ ਕਰਨੀ ਹੈ। ਓਕੇ, ਸੋ ਸਭ ਤੋਂ ਪਹਿਲਾਂ ਤਾਂ ਬੱਚੇ ਉਹੀ ਚੀਜ਼ ਆਊਗੀ ਆਪਣੇ ਕੋਲੇ ਕਿ ਵੀ ਸਵਾਮੀਨ ਹੁੰਦਾ ਸੀਗਾ ਜਾਂ ਕਿੰਗ ਹੁੰਦਾ ਸੀਗਾ। ਅਸ਼ੋਕਾ ਕਹਿ ਰਿਹਾ ਹੈ ਕਿ ਆਪਣੇ ਕੋਲੇ ਕੀ ਹੋਊਗਾ, ਇੱਕ ਸਵਾਮੀਨ ਹੋ, ਇਹਨੂੰ ਆਪਾਂ ਕੀ ਕਹਾਂਗੇ, ਸਵਾਮੀ। राजा किंग इज द सोल अमंग 7 एलिमेंट्स, मतलब कि यह आत्मा है सारियां दी। ठीक है, दूसरे नंबर ते बच्चे अपने को आउणगे वही चीज मिनिस्टर्स। दूसरे नंबर ते अपने को आ गए मिनिस्टर्स। मिनिस्टर्स ਦੇ ਵਿੱਚ ਮੰਤਰੀ ਹੋ ਗਏ, ਜਿਹੜੇ ਮਨੀ ਪ੍ਰੀਸ਼ੀਅਸ ਬਣਾਉਂਦੇ ਸੀਗੇ ਜਾਂ ਫਿਰ ਜਿਹੜੇ ਰਾਜੇ ਨੂੰ ਸਲਾਹਾਂ ਦਿੰਦੇ ਸੀਗੇ ਜਾਂ ਫਿਰ ਜਿਹੜੇ ਰਾਜੇ ਦੇ ਵੱਧ ਨੇੜੇ ਹੁੰਦੇ ਸੀਗੇ। ਠੀਕ ਹੈ, ਇਸ ਤੋਂ ਬਾਅਦ ਬੱਚੇ ਆਪਣੇ ਕੋਲੇ ਚੌਥੇ ਨੰਬਰ ਤੇ ਆ ਰਹੇ ਨੇ ਅਮਰਤਿਆਸ, ਸੌਰੀ ਤੀਸਰੇ ਨੰਬਰ ਤੇ ਆ ਰਹੇ ਨੇ ਆਪਣੇ ਕੋਲੇ ਅਮਰਤਿਆਸ। ਤੇ ਅਮਰਤਿਆ ਕੌਣ ਹੁੰਦੇ ਸੀਗੇ, ਇਹ ਵੀ ਮੰਤਰੀ ਹੀ ਹੁੰਦੇ ਸੀਗੇ। ਤੇ ਅਮਰਤਿਆ ਵਰ ਸਮ ਸੋਰਟ ਆਫ ਐਡਮਿਨਿਸਟ੍ਰੇਸ਼ਨ, ਜਿਹਨਾਂ ਨੇ ਆਪਣਾ ਪਰਸਨਲ ਐਡਮਿਨਿਸਟ੍ਰੇਸ਼ਨ ਦੇਖਣਾ ਹੁੰਦਾ ਸੀਗਾ, ਜਿਹਨਾਂ ਨੂੰ ਪਰਸਨਲ ਸਿਸਟਮ ਦਿੱਤਾ ਹੋਇਆ ਸੀ। ਆਪਾਂ ਇੱਥੇ ਇਹ ਗੱਲ ਕਹਿ ਸਕਦੇ ਹਾਂ ਕਿੰਗ ਤੋਂ ਬਾਅਦ ਜਿਹੜੇ ਮਿਨਿਸਟਰਸ ਨੇ ਇਹ ਰਾਜੇ ਦੇ ਸਲਾਹਕਾਰ ਹੁੰਦੇ ਸੀਗੇ, ਰਾਜੇ ਦੇ ਇਹ ਸਲਾਹਕਾਰ ਹੁੰਦੇ ਸੀਗੇ। ਜਿਹੜੇ ਅਮਰਤਿਆਸ ਹੁੰਦੇ ਸੀਗੇ ਇਹਨਾਂ ਨੂੰ ਅਲੱਗ-ਅਲੱਗ ਡਿਪਾਰਟਮੈਂਟ ਦਿੱਤੇ ਹੋਏ ਸੀਗੇ, ਕਿਸੇ ਨੂੰ ਕੋਈ ਡਿਪਾਰਟਮੈਂਟ ਦਿੱਤਾ, ਕਿਸੇ ਨੂੰ ਕੋਈ ਡਿਪਾਰਟਮੈਂਟ ਦਿੱਤਾ, ਆਪਾਂ ਅੱਗੇ ਜਾ ਕੇ ਕਵਰ ਕਰਾਂਗੇ। ਮਤਲਬ ਕਿ ਇਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਸੀਗਾ। ਠੀਕ ਹੈ, ਨੈਕਸਟ ਬੱਚੇ ਮੇਰੇ ਕੋਲ ਚੌਥਾ ਪੁਆਇੰਟ ਆ ਰਿਹਾ ਹੈ ਤੁਹਾਡਾ ਸਮਹਰਤਾ। ਸਮਹਰਤਾ ਇਹਦਾ ਕੰਮ ਕੀ ਹੁੰਦਾ ਸੀਗਾ, ਇਹ ਚੀਫ ਰੈਵਨਿਊ ਕਲੈਕਟਰ ਹੁੰਦਾ ਸੀਗਾ। ਚੀਫ ਰੈਵਨਿਊ ਕਲੈਕਟਰ, ਰੈਵਨਿਊ ਮਤਲਬ ਰੈਵਨਿਊ ਹੁੰਦਾ ਹੈ ਟੈਕਸ, ਚੀਫ ਮਤਲਬ ਹੈਡ, ਟੈਕਸ ਇਕੱਠਾ ਕਰਨ ਵਾਲਾ ਹੈਡ ਹੁੰਦਾ ਸੀਗਾ ਇਹ। ਓਕੇ, ਚੀਫ ਰੈਵਨਿਊ ਟੈਕਸ ਕਲੈਕਟਰ। ਓਕੇ, ਉਸ ਤੋਂ ਬਾਅਦ ਬੱਚੇ ਆਪਣੇ ਕੋਲ ਆ ਰਿਹਾ ਹੈ ਸਮਹੀਦਾਤਰੀ। ਪੰਜਵਾਂ ਆਪਣੇ ਕੋਲ ਆ ਰਿਹਾ, ਇੱਕ ਹੋ ਗਿਆ ਸਮਹਰਤਾ, ਇੱਕ ਹੋ ਗਿਆ ਸਮਹੀਦਾਤਰੀ। ਇਹ ਹੁੰਦਾ ਸੀਗਾ ਹੈਡ ਆਫ ਦੀ ਟ੍ਰੇਜ਼ਰ, ਖਜ਼ਾਨੇ ਦਾ ਹੈਡ, ਖਜ਼ਾਨੇ ਦਾ ਹੈਡ ਹੁੰਦਾ ਸੀਗਾ। ਖਜ਼ਾਨੇ ਦਾ ਸਾਰਾ ਸਿਸਟਮ ਇਹਦੇ ਕੋਲੇ ਹੁੰਦਾ ਸੀਗਾ, ਕਿੰਨਾ ਆ ਰਿਹਾ ਕਿੰਨਾ ਜਾ ਰਿਹਾ ਸਾਰੀ ਦੇਖ ਰੇਖ ਇਹਨੇ ਕਰਨੀ ਹੁੰਦੀ ਸੀਗੀ। ਇਸ ਤੋਂ ਬਾਅਦ ਬੱਚੇ ਆਪਣੇ ਕੋਲੇ ਆ ਰਿਹਾ ਯੁਵਰਾਜ। ਇਸ ਤੋਂ ਬਾਅਦ ਆਪਣੇ ਕੋਲੇ ਆ ਰਿਹਾ ਹੈ ਯੁਵਰਾਜ। ਆਪਣਾ ਥੋੜਾ ਜਿਹਾ ਮਿਸਟੇਕ ਹੋ ਗਈ ਇੱਥੇ, ਸਮਹੀਦਾਤਾ ਨਹੀਂ ਹੈਗਾ ਬਲਕਿ ਸੰਨੀਦਾਤਾ। ਤੁਸੀਂ ਹਾਂ ਇਹਨੂੰ ਡਬਲ ਐਨ ਕਰ ਲਓ, ਸੰਨੀਦਾਤਾ। ਠੀਕ ਹੈ, ਸੰਨੀਦਾਤਾ ਹੁੰਦਾ ਸੀਗਾ। ਓਕੇ, ਨੈਕਸਟ ਬੱਚੇ ਆਪਣੇ ਕੋਲੇ ਆ ਰਿਹਾ ਯੁਵਰਾਜ। ਤੇ ਯੁਵਰਾਜ ਕੌਣ ਹੁੰਦਾ ਸੀਗਾ, ਪ੍ਰਿੰਸ ਹੁੰਦਾ ਸੀਗਾ, ਕਰਾਊਨ ਪ੍ਰਿੰਸ। ਰਾਜਕੁਮਾਰ ਨੂੰ ਆਪਾਂ ਯੁਵਰਾਜ ਕਹਿ ਦਿੰਦੇ ਸੀਗੇ। ਨੈਕਸਟ ਆਪਣੇ ਕੋਲ ਆ ਰਿਹਾ ਹੈ ਦਵਾਰਿਕਾ। ਦਵਾਰਿਕਾ ਇਹ ਹੁੰਦਾ ਸੀਗਾ ਚੀਫ ਆਫ ਦੀ ਪਲੇਸ ਅਟੈਂਡੈਂਟਸ, ਮਤਲਬ ਕਿ ਜਿਹਨੇ ਸਿਸਟਮ ਦੇਖਣਾ ਹੁੰਦਾ ਸੀਗਾ ਅਲੱਗ-ਅਲੱਗ ਜਗ੍ਹਾ ਦਾ ਉੱਪਰ, ਉਹਨਾਂ ਦਾ ਚੀਫ ਹੁੰਦਾ ਸੀਗਾ ਜਿਹਨੇ ਸਾਰਾ ਮੇਨਟੇਨੈਂਸ ਕਰਨੀ ਹੁੰਦੀ ਸੀਗੀ। ਇਸ ਤੋਂ ਬਾਅਦ ਆਪਣੇ ਕੋਲ ਆ ਰਿਹਾ ਅਧਿਆਕਸ਼। ਅਧਿਆਕਸ਼ ਸੋ ਇਹ ਹੈਗੇ ਨੇ ਆਪਣੇ ਕੋਲੇ ਅਕੋਰਡਿੰਗ ਟੂ ਦਾ ਇਨਸਕ੍ਰਿਪਸ਼ਨਸ ਬਾਏ ਅਸ਼ੋਕ। ਅਸ਼ੋਕਾ ਦੀ ਇਨਸਕ੍ਰਿਪਸ਼ਨ ਦੇ ਅਕੋਰਡਿੰਗ ਸਾਡੇ ਕੋਲ ਆ ਸਿਸਟਮ ਆ। ਮੌਰੀਆ ਦੀ ਕੌਟਲਿਆ ਦੀ ਅਰਥਸ਼ਾਸਤਰ ਦੇ ਅਕੋਰਡਿੰਗ ਅਸੀਂ ਜੋ ਪਹਿਲਾਂ ਪੜ੍ਹ ਚੁੱਕੇ ਹਾਂ ਸਾਡੇ ਕੋਲੇ ਉਹ ਸਿਸਟਮ ਆ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਊਗਾ, ਤੁਹਾਨੂੰ ਪਤਾ ਚੱਲ ਗਿਆ ਹੋਊਗਾ ਕਿ ਸਪਤਾਂਗ ਥਿਊਰੀ ਕੀ ਹੁੰਦੀ ਆ, ਤੁਹਾਨੂੰ ਪਤਾ ਚੱਲ ਗਿਆ ਹੋਊਗਾ ਕਿ ਅਸ਼ੋਕਾ ਨੇ ਆਪਣਾ ਸਿਸਟਮ ਕਿਵੇਂ ਚਲਾਇਆ ਸੀ। ਇਸ ਤੋਂ ਬਾਅਦ ਆਪਣੇ ਕੋਲ ਆ ਰਿਹਾ ਹੈ ਨੈਕਸਟ ਟੌਪਿਕ ਮਿਲਟਰੀ ਐਡਮਿਨਿਸਟ੍ਰੇਸ਼ਨ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਮਿਲਟਰੀ ਐਡਮਿਨਿਸਟ੍ਰੇਸ਼ਨ ਦੀ, ਹੁਣ ਬੱਚੇ ਆਪਣੇ ਛੋਟੇ ਛੋਟੇ ਟੌਪਿਕ ਨੇ, ਇਹਨਾਂ ਨੂੰ ਬਸ ਧਿਆਨ ਨਾਲ ਸਮਝ ਲਿਓ। ਠੀਕ ਹੈ, ਮਿਲਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਕੌਟਲਿਆ ਆਪਣੀ ਸਲਾਹ ਦੇ ਰਿਹਾ ਹੈ, ਕੌਟਲਿਆ ਆਪਦਾ ਦੱਸ ਰਿਹਾ ਹੈ ਤੇ ਮੈਗਸਥਨੀਜ਼ ਆ ਜਿਹੜਾ ਉਹ ਆਪਣਾ ਦੱਸ ਰਿਹਾ ਹੈ। ਕੌਟਲਿਆ ਤਾਂ ਕਹਿ ਰਿਹਾ ਕਿ ਭਾਈ ਜਿਹੜੀ ਮਿਲਟਰੀ ਹੁੰਦੀ ਸੀਗੀ, ਮਿਲਟਰੀ ਦੇ ਹੈੱਡ ਨੂੰ ਸੈਨਾਪਤੀ ਕਿਹਾ ਜਾਂਦਾ ਸੀਗਾ।
ਤੇ ਮਿਲਟਰੀ ਦੇ ਵਿੱਚ ਜਿਵੇਂ ਹੁਣ ਪੈਦਲ ਸੈਨਾ ਹੋ ਗਈ, ਘੋੜਸਵਾਰ ਹੋ ਗਏ, ਹਾਥੀ ਵਾਲੀ ਸੈਨਾ ਹੋ ਗਈ, ਜਾਂ ਫਿਰ ਪਾਣੀ ਵਾਲੀ ਸੈਨਾ ਹੋ ਗਈ, ਪਾਣੀ ਵਾਲੀ ਸੈਨਾ, ਜਾਂ ਫਿਰ ਤੀਰ ਅੰਦਾਜ਼ੀ ਵਾਲੇ ਹੋ ਗਏ, ਹੈ ਨਾ। ਕਿ ਭਾਈ ਜਿਹੜੇ ਆ ਅਲੱਗ-ਅਲੱਗ ਹੁੰਦੀ ਸੀਗੀ ਸੈਨਾ। ਇਹਨੂੰ ਆਪਾਂ ਅਗਰ ਇੰਗਲਿਸ਼ ਗੱਲ ਕਰੀਏ, ਕੈਵਲਰੀ ਹੋ ਗਈ, ਇਨਫੈਂਟਰੀ ਹੋ ਗਈ, ਐਲੀਫੈਂਟਸ ਹੋ ਗਏ, ਬੁਲਕ ਹੋ ਗਏ, ਨੈਵਲ ਹੋ ਗਈ, ਜਿਹੜੇ ਆ ਅਲੱਗ-ਅਲੱਗ ਭਾਈ ਸੈਨਾ ਡਿਪਾਰਟਮੈਂਟਾਂ 'ਚ ਡਿਵਾਈਡ ਕੀਤੀ ਹੋਈ ਆ। ਇਹਨਾਂ ਦਾ ਵੀ ਅਲੱਗ-ਅਲੱਗ ਇੱਕ ਹੈੱਡ ਹੁੰਦਾ ਸੀਗਾ, ਇਹਨਾਂ ਦਾ ਵੀ ਅਲੱਗ-ਅਲੱਗ ਇੱਕ ਹੈੱਡ ਹੁੰਦਾ ਸੀਗਾ, ਠੀਕ ਹੈ। ਪਰ ਜਦੋਂ ਆਪਾਂ ਗੱਲ ਕਰਦੇ ਹਾਂ, ਅੱਛਾ ਇਹਦੇ ਵਿੱਚ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਜਿਵੇਂ ਅਗਰ ਆਪਾਂ ਉਹਦੀ ਗੱਲ ਕਰੀਏ, ਘੋੜਸਵਾਰਾਂ ਦੀ ਗੱਲ ਕਰੀਏ, ਕੈਵਲਰੀ ਦੀ ਗੱਲ ਕਰੀਏ, ਤਾਂ ਇਹਦੇ ਹੈੱਡ ਨੂੰ ਆਪਾਂ ਅਧਿਅਕਸ਼ ਕਹਿੰਦੇ ਹੁੰਦੇ ਸੀਗੇ। ਇਹਦੇ ਹੈੱਡ ਨੂੰ ਕਿਹਾ ਜਾਂਦਾ ਸੀਗਾ ਅਧਿਅਕਸ਼। ਜਾਂ ਫਿਰ ਆਪਣੇ ਕੋਲ ਇੱਕ ਹੋਰ ਹੈਗਾ ਇਨਫੈਂਟਰੀ ਆਈ ਥਿੰਕ ਪੈਦਲ ਸੈਨਾ ਨੂੰ ਆਪਾਂ ਕਹਿੰਦੇ ਹਾਂ ਇਨਫੈਂਟਰੀ, ਤੇ ਇਹਨੂੰ ਆਪਾਂ ਕਹਿੰਦੇ ਸੀਗੇ ਪਧੋ ਸੈਨਾ, ਪੈਦਲ ਅਧਿਅਕਸ਼। ਮਤਲਬ ਕਿ ਸੈਨਾ ਦੇ ਜਿਹੜੇ ਹੈੱਡ ਹੁੰਦੇ ਸੀਗੇ ਉਹਨਾਂ ਨੂੰ ਅਧਿਅਕਸ਼ ਕਿਹਾ ਜਾਂਦਾ ਸੀਗਾ। ਹੁਣ ਘੋੜਸਵਾਰੀ ਦਾ ਹੈੱਡ ਆ ਗਿਆ ਤਾਂ ਅਸ਼ਵ ਘੋੜੇ ਨੂੰ ਕਹਿੰਦੇ ਆਪਾਂ, ਅਸ਼ਵ ਅਧਿਅਕਸ਼। ਪੈਦਲ ਵਾਲੀ ਆ ਗਈ ਤਾਂ ਪਧੋ ਅਧਿਅਕਸ਼। ਇਸ ਤਰੀਕੇ ਨਾਲ ਬੱਚੇ ਡਿਵੀਜ਼ਨਸ ਹੁੰਦੀਆਂ ਸੀਗੀਆਂ। ਇੱਕ ਇਹਨਾਂ ਦਾ ਓਵਰਆਲ ਹੈੱਡ ਹੋ ਗਿਆ ਸੈਨਾਪਤੀ, ਤੇ ਅਲੱਗ-ਅਲੱਗ ਜਿਹੜੀ ਡਿਪਾਰਟਮੈਂਟ ਹੋ ਗਏ ਉਹਨਾਂ ਦਾ ਇੱਕ ਹੈੱਡ ਹੋ ਗਿਆ। ਇਹ ਕੌਣ ਕਹਿ ਰਿਹਾ ਹੈ? ਇਹ ਕਹਿ ਰਿਹਾ ਹੈ ਕੌਟਲਿਆ। ਇਹ ਕਹਿ ਰਹੀ ਹੈ ਉਹਦੀ ਅਰਥ ਸ਼ਾਸਤਰਾ, ਠੀਕ ਆ, ਉਹਦੀ ਕਿਤਾਬ ਕਹਿ ਰਹੀ ਹੈ ਅਰਥ ਸ਼ਾਸਤਰਾ। ਤੇ ਇਸ ਤੋਂ ਬਾਅਦ ਆਪਣੇ ਕੋਲ ਆ ਰਿਹਾ ਹੈ ਮੈਗਸਥਨੀਜ਼। ਆਪਣੇ ਕੋਲ ਆ ਰਹੀ ਆ ਇੰਡਿਕਾ। ਇੰਡਿਕਾ ਕੀ ਕਹਿ ਰਹੀ ਹੈ ਜਾਂ ਮੈਗਸਥਨੀਜ਼ ਕੀ ਕਹਿ ਰਿਹਾ? ਇਹ ਫੇਰ ਤੋਂ ਹੀ ਗੱਲ ਰਿਪੀਟ ਕਰਦਾ ਕਿ ਭਾਈ 6 ਕਮੇਟੀਆਂ ਹੁੰਦੀਆਂ ਸੀਗੀਆਂ ਤੇ 5 ਮੈਂਬਰ ਹੁੰਦੇ ਸੀਗੇ ਹਰੇਕ ਕਮੇਟੀ ਦੇ ਵਿੱਚ। ਉਹ ਆ ਸਾਰਾ ਸਿਸਟਮ ਦੇਖਦੇ ਹੁੰਦੇ ਸੀ। ਹੁਣ ਮੈਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਨੀ ਚਾਹੂੰਗਾ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੂੰਗਾ। ਉਹ ਗੱਲ ਕੀ ਹੈ? ਅਸੀਂ ਕੀ ਕਰਦੇ ਹਾਂ, ਜਾਂ ਅਕਸਰ ਬੱਚੇ ਕੀ ਕਰਦੇ ਨੇ, ਇਹ ਤੁਸੀਂ ਇਹ ਚੀਜ਼, ਮੈਂ ਗਰੰਟੀ ਦੇ ਰਿਹਾ ਇਸ ਚੀਜ਼ ਦੀ, ਤੁਸੀਂ ਇਹ ਚੀਜ਼ ਬਹੁਤ ਵਾਰ ਕੀਤੀ ਹੋਊਗੀ ਕਿ ਕਿਤਾਬਾਂ ਦੀ ਲਿਸਟ ਬਣਾਈ, ਉਹਨਾਂ ਨੂੰ ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਦੀ ਲਿਸਟ ਬਣਾਈ ਤੇ ਬੈਠ ਕੇ ਰੱਟਾ ਲਗਾਓ। ਜਾਂ ਫਿਰ ਮੈਕਸਿਮਮ ਲੋਕੀ ਕੀ ਕਰਦੇ ਨੇ, ਹਰ ਰੋਜ਼ ਦੀਆਂ 3 ਕਿਤਾਬਾਂ ਯਾਦ ਕਰਨ ਬਹਿ ਜਾਂਦੇ ਨੇ। ਤਾਂ ਬੱਚੇ ਮੈਂ ਇੱਥੇ ਸਵਾਲ ਪੁੱਛਣਾ ਚਾਹ ਰਿਹਾ ਤੁਹਾਨੂੰ, ਮੇਰਾ ਇੱਕ ਕੁਐਸਚਨ ਆ ਤੁਹਾਡੇ ਲਈ ਕਿ ਮੇਰਾ ਖਿਆਲ ਆ ਕਿ ਇੰਡਿਕਾ ਮੈਗਸਥਨੀਜ਼ ਨੇ ਲਿਖੀ ਆ ਭਾਈ, ਅਰਥ ਸ਼ਾਸਤਰ ਕੌਟਲਿਆ ਨੇ ਲਿਖੀ ਆ ਭਾਈ। ਮੈਂ ਘੱਟ ਤੋਂ ਘੱਟ ਇਸੇ ਲੈਕਚਰ ਦੇ ਵਿੱਚ 10 ਵਾਰ ਪੜ੍ਹ ਚੁੱਕਿਆ ਹੋਊਗਾ, ਇਸੇ ਲੈਕਚਰ 'ਚ 10 ਵਾਰ ਪੜ੍ਹ ਚੁੱਕਿਆ ਹੋਊਗਾ। ਪਹਿਲਾਂ ਆਪਾਂ ਨੇ ਕਿੰਨੇ ਕੁ ਵਾਰ ਪੜ੍ਹੀ ਆ ਮੈਨੂੰ ਵੀ ਨਹੀਂ ਪਤਾ ਹੈਗਾ। ਤਾਂ ਸਵਾਲ ਇਹ ਆ ਕਿ ਜਦੋਂ ਅਸੀਂ ਕਨਸੈਪਟ ਕਲੀਅਰ ਕਰ ਰਹੇ ਹਾਂ, ਬਾਕੀ ਚੀਜ਼ਾਂ ਸਾਡੇ ਆਟੋਮੈਟਿਕਲੀ ਯਾਦ ਹੋ ਗਈਆਂ, ਨਹੀਂ ਹੋਈਆਂ। ਅਕਸਰ ਬੱਚਿਆਂ ਦੀ ਇੱਕ ਪ੍ਰੋਬਲਮ ਹੁੰਦੀ ਆ ਕਿ ਸਰ ਡੇਟਾਂ ਯਾਦ ਨਹੀਂ ਹੁੰਦੀਆਂ ਜੀ, ਤਾਰੀਖਾਂ ਯਾਦ ਨਹੀਂ ਹੁੰਦੀਆਂ ਹੈਗੀਆਂ। ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਕਿ ਹਾਲੇ ਤੱਕ ਆਪਾਂ ਨੇ ਕਿੰਨੀਆਂ ਕੁ ਤਾਰੀਖਾਂ ਪੜ੍ਹ ਲਈਆਂ, ਹਾਲੇ ਤੱਕ ਆਪਾਂ ਨੇ ਕਿੰਨੀਆਂ ਕੁ ਤਾਰੀਖਾਂ ਪੜ੍ਹੀਆਂ ਨੇ, ਤਾਰੀਖਸ ਪੜ੍ਹੀਆਂ ਨੇਗੀਆਂ। ਸੋ ਬੱਚੇ ਸਵਾਲ ਨਾ ਜਿਹੜੇ ਮਨ 'ਚ ਪੈਦਾ ਹੋਏ ਹੁੰਦੇ ਨੇ, ਉਹਨਾਂ ਦੇ ਆਪਾਂ ਜਵਾਬ ਜੇ ਆਪੇ ਹੀ ਲੱਭ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਮਸਲੇ ਇਹ ਖੜੇ ਹੋ ਜਾਂਦੇ ਨੇ ਕਿ ਯਾਰ ਹੋਣਾ ਨਹੀਂ ਹੈਗਾ। ਸ਼ੁਰੂ ਕਰਨ ਤੋਂ ਪਹਿਲਾਂ ਹੀ ਡਰ ਜਾਂਦੇ ਹਾਂ, ਹੋਣਾ ਨਹੀਂ ਹੈਗਾ। ਸੋ ਥੋੜ੍ਹਾ ਜਿਹਾ ਧਿਆਨ ਦੇਵੋ ਕਿ ਕਨਸੈਪਟ ਜਦੋਂ ਅਸੀਂ ਕਲੀਅਰ ਕਰਦੇ ਹਾਂ, ਬਾਕੀ ਚੀਜ਼ਾਂ ਆਟੋਮੈਟਿਕਲੀ ਕਲੀਅਰ ਹੋ ਰਹੀਆਂ ਨੇ, ਠੀਕ ਹੈ। ਸੋ ਇਹ ਸੀਗਾ ਆਪਣਾ ਮਿਲਟਰੀ ਐਡਮਿਨਿਸਟ੍ਰੇਸ਼ਨ। ਇਸ ਤੋਂ ਬਾਅਦ ਬੱਚੇ ਆਪਾਂ ਨੇ ਗੱਲ ਕਰਨੀ ਆ ਉਹਨਾਂ ਦਾ ਲਾਅ ਸਿਸਟਮ ਕੀ ਸੀਗਾ, ਉਹ ਆਪਣਾ ਲਾਅ ਵਾਲਾ ਕਾਨੂੰਨੀ ਸਿਸਟਮ ਕਿਵੇਂ ਚਲਾਉਂਦੇ ਸੀਗੇ। ਇਸ ਤੋਂ ਬਾਅਦ ਆਪਾਂ ਨੇ ਗੱਲ ਕਰਨੀ ਆ ਉਸ ਚੀਜ਼ ਦੀ। ਹੁਣ ਇਹਦੇ ਵਿੱਚ ਫੇਰ ਕੌਟਲਿਆ ਆ ਰਿਹਾ ਹੈ। ਕੌਟਲਿਆ ਨੇ ਭਾਈ 4 ਭਾਗਾਂ ਦੇ ਵਿੱਚ ਵੰਡਿਆ ਸੋਰਸ ਆਫ ਲਾਅ, ਸੋਰਸਸ ਆਫ ਲਾਅ ਨੂੰ ਕੌਟਲਿਆ ਨੇ 4 ਭਾਗਾਂ ਦੇ ਵਿੱਚ ਵੰਡਿਆ। ਤੇ ਉਹ 4 ਭਾਗ ਕਿਹੜੇ ਨੇ? ਪਹਿਲਾ ਹੈਗਾ ਇਹ ਧਰਮ, ਦੂਸਰਾ ਹੈਗਾ ਇਹ ਵਿਆਵਰ मतलब कि व्यवहार, तीसरा हैगा है चरितम, ते चौथा हैगा साडे कोले राज शासन। राज शासन धर्म, जो असीं गल करते धर्मां दी, यह सानूं दसदा है लॉ एंड रेगुलेशन कि भाई की करना है की नहीं करना, किहड़ी चीज़ का ध्यान रखना है, किहड़ी चीज़ का ध्यान नहीं रखना।
ਲਾ एंड रेगुलेशन देता कि आ चीज़ां तुसीं करनियां ने, आ चीज़ां तुसीं नहीं करनियां। धर्म व्यवहार, तुहाडे व्यवहार नाल प्रति तुहाडा जो सिस्टम उन्होंने बनाया गया कि भी सब दा जिहड़ा है गुड बिहेवियर होना चाहिए है, अच्छा बिहेवियर होना चाहिए है। ओके, उस तो बाद चरितम, चरितम मेरे ख्याल तुसीं समझ रहे होवोगे या थोड़े ध्यान च आ रहा होगा कि इहनूं आपां ने जोड़िया होया है करैक्टर दे नाल कि भाई जिहड़ा तुहाडा करैक्टर आ ओह अच्छा होना चाहिए है, करैक्टर अच्छा होना चाहिए। ठीक है, इस तो बाद अपने को आ रहा है राज शासन। राज शासन मतलब राजे दे बनाए गए, राजा दे बनाए गए रूल जिन्हां दे अकॉर्डिंग सिस्टम चलूगा, राज शासन। मैं उम्मीद करदा कि तुहानूं ये भी समझ आ गया होगा। इस तो बाद आपां ने गल करनी है जस्टिस की। इस तो बाद आपां की गल करांगे जस्टिस। तो जो असीं गल करते हैं जस्टिस की, जस्टिस दे विच बच्चे साडे कोले चार चीज़ां ने, वैसे पॉइंट काफ़ी ने, ਉਹਦੇ ਵਿੱਚੋਂ मेन चीज़ां तीन या चार ही ने। पहली हैगी आ धर्मस्थिस। धर्मस्थिस एक ही आ, धर्मस्थिस हैगी आ जजेस नूं आपां कह दिंदे आ, जजेस, जज्जां नूं की कहा गया है धर्मस्थिस। वैसे आप जिन्ना भी नैक्सट लास्ट वाला कर रहे हैं ना अपने, अदरवाइज बहुत ज़्यादा इंपॉर्टेंट है, बट अपने पीएस टेट के एग्जाम पॉइंट ऑफ व्यू तो थोड़ा जिहा एवरेज चलता है। सवाल उपरों उपरों ही पूछ ले जाते हैं ना, डीपली नहीं जाते हैं, बट आप तो डीपली करना है, आप तो ईच एंड एवरीथिंग करना है, कुछ रह ना जाए, है ना। सो दूसरे नंबर के बच्चे अपने को आ रहा है धर्मधिकरण। धर्मधिकरण यह होंगे जिमें अपने अजकल हो गया CJI, चीफ जस्टिस ऑफ इंडिया। अदरवाइज उस टाइम के हिसाब नाल अगर आप देखिए ये आ जाता सीगा राजा खुद, किंग्स एंड गवर्नर्स। राजा खुद आ जाता सीगा ते जेड़े अलग अलग प्रोविंसेस के गवर्नर होंदे सीगे वो आ जाते सीगे। इस तो बाद बच्चे अपने को आ रही ने अदालतां, कोर्ट्स। अदालतां दे विच तीन तरह दी अदालतां होंदियां सीगियां, सेंट्रल लेवल, प्रोविंशियल लेवल, प्रोविंशियल वही प्रांत हो गए, ते लोकल लेवल। तीन तरह दी अदालतां होंदियां सीगियां। ते लोकल लेवल का जिहड़ा काम हुंदा सीगा लोकल पद्धर के उपर ही सॉल्व कर लिया जाता सीगा। पर जिवें अपने आ ना अजकल का जो सिस्टम आ कि लोकल पद्धर के उपर भाई तुसीं सॉल्व कर सकते हो, डिस्ट्रिक्ट कोर्ट के विच जाके तुसीं सॉल्व कर सकते हो, या जिहड़ियां अपनी इत्थे सबोर्डिनेट कोर्ट्स होंदियां ने उन्हां दे विच जाके तुसीं अपने मसले सॉल्व कर सकते हो। पर अगर तुहानूं जज का फैसला पसंद नहीं आया तो तुसीं उपर जा सकते हो, क्लेम कर सकते हो, तुसीं हाई कोर्ट जा सकते हो, तुसीं सुप्रीम कोर्ट जा सकते हो। बल्कि एक सिस्टम बनया होया ना अपना, उस तरीके नाल बच्चे इत्थे सीगा। अगर उन्होंने लोकल लेवल तो फैसला पसंद नहीं आया तो अगे मूव कर सकते थे, इत्थों फैसला पसंद नहीं आया तो वो अगे मूव कर सकते थे। ओके, हुण दो तरह दी कोर्ट्स होंदियां सीगियां। कोर्ट्स इहदियां टू टाइप्स होंदियां सीगियां। पहली टाइप नूं असीं कहंदे सीगे सिविल कोर्ट, सिविल कोर्ट्स, ते दूसरी टाइप नूं असीं कहंदे सीगे क्रिमिनल कोर्ट। पहली टाइप होंदी सीगी सिविल कोर्ट ते दूसरी टाइप होंदी सीगी क्रिमिनल कोर्ट। जो आप सिविल कोर्ट की गल करते हैं, सिविल कोर्ट दे विच नूं असीं कहंदे सीगे धर्मथ्यास, धर्मस्थ्यास, धर्मस्थ्यास। ते क्रिमिनल कोर्ट नूं बच्चे असीं कहंदे सीगे कांता कासो धानास, कांता कासो धानास। उन्हें औखे औखे जे नाम याद करना तुहाडे ते आ, तुसीं याद करने ने। अगर नहीं भी याद होणगे टेंशन नहीं लेनी है, एक नंबर पिछे आपां ने बहुत कुछ छड्ड नहीं देना है, बाकी तैयारियां करनियां ने आपां ने। ठीक है, इस तो बाद अपने को दो चीज़ां होर ने। जेल जिहड़ी हुंदी सीगी वो भी दो तरह की हुंदी सीगी, मैं उपरों साफ कर रहा। जेल जिहड़ी हुंदी सीगी वो भी दो तरह की हुंदी सीगी। जेल
ਇੱਕ ਨੂੰ ਅਸੀਂ ਕਹਿ ਦਿੰਦੇ ਸੀਗੇ ਬੰਦ ਨਗਰ, NDHANAGARA, ਬੰਦ ਨਗਰ। ਦੂਸਰੀ ਨੂੰ ਅਸੀਂ ਕਹਿ ਦਿੰਦੇ ਸੀਗੇ ਚਰਕਾ, ਚਰਕਾ। ਬੰਦ ਨਗਰ ਮਤਲਬ ਪ੍ਰੋਪਰ ਜੇਲ੍ਹ, ਚਰਕਾ ਦਾ ਮਤਲਬ ਹੁੰਦਾ ਸੀਗਾ ਪੁਲਿਸ ਲੋਕਅਪ, ਪੁਲਿਸ ਲੋਕਅਪ। ਅੰਡਰਸਟੈਂਡ। ਤੇ ਇਹਦੇ ਜ਼ਰੀਏ ਬੱਚੇ ਆਪਾਂ ਨੇ, ਅੱਛਾ ਇੱਕ ਪਨਿਸ਼ਮੈਂਟ ਰਹਿ ਗਈ ਆਪਣੀ, ਉਹ ਵੀ ਆਪਾਂ ਕਰ ਲਈਏ। ਇੱਕ ਆਪਣੀ ਪਨਿਸ਼ਮੈਂਟ ਰਹਿ ਗਈ ਆ ਕਿ ਭਾਈ ਸਜ਼ਾ ਕਿਵੇਂ ਦਿੱਤੀ ਜਾਂਦੀ ਸੀਗੀ। ਪਨਿਸ਼ਮੈਂਟ ਦਿੱਤੀ ਜਾਂਦੀ ਸੀ ਕਿ ਬੱਚੇ ਡਿਫਰੈਂਟ ਵਰਨਸ ਦੇ ਵਿੱਚ, ਡਿਪੈਂਡ ਔਨ ਵਰਨਸ, ਵਰਨ ਹਿੱਸਿਆਂ ਦੇ ਵਿੱਚ ਡਿਪੈਂਡ ਕਰਦਾ ਹੈ। ਤੇ ਮਤਲਬ ਕੀ ਹੁੰਦਾ ਸੀਗਾ, ਜਾਂ ਤਾਂ ਰਿਜਿਡ ਹੁੰਦੀ ਸੀਗੀ, ਜਾਂ ਤਾਂ ਸਖਤ ਸਜ਼ਾ ਦਿੱਤੀ ਜਾਂਦੀ ਸੀਗੀ, ਤੇ ਜਾਂ ਫਿਰ ਸੌਫਟ, ਰਿਜਿਡ ਨੂੰ ਆਪਾਂ ਹਾਰਡ ਕਹਿ ਸਕਦੇ ਹਾਂ ਆਸਾਨੀ ਵਾਸਤੇ, ਹਾਰਡ ਸਜ਼ਾ ਦਿੱਤੀ ਜਾਂਦੀ ਸੀਗੀ, ਤੇ ਜਾਂ ਫਿਰ ਸੌਫਟ ਸਜ਼ਾ ਦਿੱਤੀ ਜਾਂਦੀ ਸੀਗੀ। ਅੰਡਰਸਟੈਂਡ। ਮੈਂ ਉਮੀਦ ਕਰਦਾ ਕਿ ਤੁਹਾਨੂੰ ਆ ਸਿਸਟਮ ਆ ਜਿਹੜਾ ਆਪਣੇ ਜਸਟਿਸ ਵਾਲਾ ਇਹ ਸਮਝ ਆ ਗਿਆ ਹੋਊਗਾ। ਇਸ ਤੋਂ ਬਾਅਦ ਬੱਚੇ ਆਪਣੇ ਕੋਲ ਆ ਰਹੀ ਆ ਡਿਪਲੋਮੇਸੀ। ਇਸ ਤੋਂ ਬਾਅਦ ਜੋ ਆਪਾਂ ਨੇ ਡਿਸਕਸ ਕਰਨੀ ਆ ਉਹ ਕਰਨੀ ਆ ਡਿਪਲੋਮੇਸੀ ਦੀ। ਸੋ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਡਿਪਲੋਮੇਸੀ ਨੂੰ। ਤੇ ਡਿਪਲੋਮੇਸੀ ਦੇ ਵਿੱਚ ਫੇਰ ਤੋਂ ਕੁਟਲਿਆ ਆ ਗਿਆ ਆਪਣੇ ਕੋਲੇ। ਫੇਰ ਤੋਂ ਕੁਟਲਿਆ ਦੱਸ ਰਿਹਾ ਕਿ ਭਾਈ ਕਿਸ ਤਰ੍ਹਾਂ ਦਾ ਸਿਸਟਮ ਹੋਊਗਾ। ਸੋ ਫੋਰਨ ਰਿਲੇਸ਼ਨਸ ਕਹਿੰਦਾ ਵੀ ਜਿਹੜੇ ਫੋਰਨ ਦੇ ਰਿਲੇਸ਼ਨ ਹੁੰਦੇ ਸੀਗੇ, ਡਿਪਲੋਮੇਸੀ ਇੱਥੇ ਜ਼ਿਆਦਾਤਰ ਜਿਹੜੀ ਰੱਖੀ ਜਾਂਦੀ ਸੀਗੀ ਫੋਰਨ ਰਿਲੇਸ਼ਨਸ ਨਾਲ ਰਿਲੇਟਡ ਹੀ ਰੱਖੀ ਜਾਂਦੀ ਸੀ। ਤੇ ਫੋਰਨ ਰਿਲੇਸ਼ਨ ਦੇ ਵਿੱਚ ਸਾਡੇ ਕੋਲੇ ਹੁੰਦੀਆਂ ਸੀਗੀਆਂ 6 ਪੋਲਿਸੀਜ਼, 6 ਪੋਲਿਸੀਜ਼ ਹੋਣਗੀਆਂ। ਉਹਨਾਂ 6 ਪੋਲਿਸੀਜ਼ ਦੇ ਵਿੱਚੋਂ ਅਕੋਰਡਿੰਗ ਟੂ ਹਾਲਾਤ, ਅਕੋਰਡਿੰਗ ਟੂ ਸਿਚੁਏਸ਼ਨ, ਹਾਲਾਤ, ਅਕੋਰਡਿੰਗ ਟੂ ਹਾਲਾਤ ਕੋਈ ਇੱਕ ਪੋਲਿਸੀ ਲਾਗੂ ਹੋਊਗੀ, ਕੋਈ ਇੱਕ ਪੋਲਿਸੀ ਲਾਗੂ ਹੋਵੇਗੀ। 6 ਪੋਲਿਸੀਜ਼। ਇਹਦੇ ਚੋਂ ਜਿਹੜੀ ਪਹਿਲੀ ਆ ਬੱਚੇ, ਪਹਿਲੀ ਹੈਗੀ ਆ ਪੋਲਿਸੀ ਆਫ ਸੰਧੀ, ਪੋਲਿਸੀ ਆਫ ਸੰਧੀ, ਪੋਲਿਸੀ ਆਫ। ਦੂਸਰੀ ਆਪਣੇ ਕੋਲ ਹੈਗੀ ਆ ਪੋਲਿਸੀ ਆਫ ਵਿਗਰਾਹਾ। ਤੀਸਰੀ ਆਪਣੇ ਕੋਲ ਹੈਗੀ ਆ ਪੋਲਿਸੀ ਆਫ ਆਸਾਨ। ਚੌਥੀ ਆਪਣੇ ਕੋਲ ਹੈਗੀ ਆ ਪੋਲਿਸੀ ਆਫ ਯਾਨ। ਤੇ ਪੰਜਵੀਂ ਆਪਣੇ ਕੋਲ ਹੈਗੀ ਆ ਪੋਲਿਸੀ ਆਫ ਸਮਸ਼ਰਿਆ, ਸਮਸ਼ਰਿਆ। ਤੇ ਛੇਵੀਂ ਹੈਗੀ ਆ ਪੋਲਿਸੀ ਆਫ ਦਵੇ ਦਵਾਵਾ, DVADHIBHAVA। ਸਪੈਲਿੰਗ ਆਈ ਥਿੰਕ ਠੀਕ ਨੇ, ਬਟ ਆਪਣਾ ਤੁਸੀਂ ਜਿਹੜੀ ਵਰਡਿੰਗ ਆ ਟਿਪੀਕਲ ਆ ਉਹਦੇ ਥੋੜਾ ਜਿਹਾ ਧਿਆਨ ਜ਼ਰੂਰ ਦਿਓ। ਸੰਧੀ, ਪੀਸ ਟਰੀਟੀ, ਕਿ ਭਾਈ ਸਮਝੌਤਾ ਕਰ ਲਿਆ, ਆਪਾਂ ਨੇ ਲੜਨਾ ਨਹੀਂ ਹੈਗਾ, ਜਾਂ ਆਹ ਸ਼ਰਤਾਂ ਨੇ, ਤੂੰ ਮੇਰੇ ਕਿੰਨੀ ਨਾ ਦੇਖੀ, ਮੈਂ ਤੇਰੇ ਕਿੰਨੀ ਨਹੀਂ ਦੇਖਦਾ ਹੈਗਾ, ਜਾਂ ਫਿਰ ਆਹ ਵਾਲੀਆਂ ਸ਼ਰਤਾਂ ਨੇਗੀਆਂ, ਇੰਨਾ ਸਿਸਟਮ ਤੇ ਤੂੰ ਨਾ ਹਮਲਾ ਕਰੀ, ਇੰਨੇ ਸਿਸਟਮ ਤੇ ਮੈਂ ਨਹੀਂ ਹਮਲਾ ਕਰਦਾ ਹੈਗਾ। ਅਲੱਗ-ਅਲੱਗ ਹੁੰਦਾ ਸੀਗਾ। ਵਿਗਰਾਹਾ, ਹੋਸਟਿਲਿਟੀ, ਕਬਜ਼ਾ ਹੀ ਕਰ ਲੈਂਦੇ ਸੀਗੇ ਜੇ ਅਸੀਂ ਪਾਵਰਫੁਲ ਹਾਂ। ਵਿਗਰਾਹਾ, ਜੇ ਪਾਵਰਫੁਲ ਹਾਂ। ਇਸ ਤੋਂ ਬਾਅਦ ਸਾਡੇ ਕੋਲ ਆ ਰਹੀ ਆ ਆਸਾਨ, ਕੀਪਿੰਗ ਕੁਇਟ, ਹਾਲਾਤ ਨੂੰ ਦੇਖਦੇ ਹੋਏ, ਹਾਲਾਤ ਨੂੰ ਦੇਖਦੇ ਹੋਏ ਛੱਡ ਕੇ ਭੱਜ ਜਾਵੋ, ਗੇਮ ਪਾ ਦੋ। ਹਾਲਾਤ ਨੂੰ ਦੇਖਦੇ ਹੋਏ, ਮੌਕਾ ਦੇਖ ਕੇ ਨਿਕਲ ਜੋ। ਜੇ ਤਾਂ ਅਸੀਂ ਭਾਰੀ ਆ ਓਕੇ ਆ, ਜੰਗ 'ਚ ਖੜੇ ਆ, ਜੇ ਤਾਂ ਅਸੀਂ ਹਾਵੀ ਆ ਅਗਲੇ ਤੇ, ਜੇ ਤਾਂ ਅਸੀਂ ਪਾਵਰਫੁਲ ਆ ਓਕੇ ਆ, ਜੇ ਨਹੀਂ ਹੈਗੇ ਤਾਂ ਨਿਕਲ ਜੋ, ਮੌਕਾ ਨਾ ਦਵੋ ਅਗਲਿਆਂ ਨੂੰ। ਯਾਨਾ, ਯਾਨਾ ਦਾ ਮਤਲਬ ਬੱਚੇ ਮਾਰਚਿੰਗ ਹੋਣਾ, ਮਿਲਟਰੀ ਐਕਸਪੈਂਡੇਸ਼ਨ, ਮਤਲਬ ਕਿ ਜਿਹੜੀ ਆਪਣੀ ਮਿਲਟਰੀ ਆ ਉਹਨੂੰ ਐਕਸਪੈਂਡ ਕਰਨਾ,
ਜਾਂ ਫਿਰ ਅਗਲੇ ਦੇ ਇਲਾਕੇ ਦੇ ਵਿੱਚ ਜਾ ਕੇ ਮਿਲਟਰੀ ਦਾ ਐਕਸਪੈਂਡ, ਮਿਲਟਰੀ ਦੀ ਮਾਰਚਿੰਗ ਕਰਕੇ ਆਉਣਾ ਕਿ ਦੇਖੋ ਵੀ ਸਾਡੇ 'ਚ ਇੰਨਾ ਦਾ ਵਾ, ਸਾਡੇ ਕੋਲ ਇੰਨੀ ਮਿਲਟਰੀ ਆ ਜਿਹਦੇ 'ਚ ਹਿੰਮਤ ਹੈਗੀ ਆ ਪੰਗਾ ਲੈ ਲਵਾ ਕੇ। ਮਿਲਟਰੀ ਮਾਰਚ, ਮਾਰਚ ਹੁੰਦਾ ਗੇੜੀ ਛੇੜੀ ਲਾ ਕੇ ਆਉਣੀ ਆ, ਮਿਲਟਰੀ ਵਾਲਿਆਂ ਦੀ ਗੇੜੀ ਲਵਾਉਣੀ ਆ। ਤੇ ਉਸ ਤੋਂ ਬਾਅਦ ਸਾਡੇ ਕੋਲ ਆ ਰਿਹਾ ਬੱਚੇ ਸਮੱਸਿਆ। ਸਮੱਸਿਆ ਕਿਸੇ ਦੇ ਰਾਜ ਪਾਠ ਦੇ ਵਿੱਚ ਜਾ ਕੇ, ਕਿਸੇ ਦੇ ਮਤਲਬ ਕਿ ਰਾਜ ਦੇ ਵਿੱਚ ਜਾ ਕੇ ਸ਼ੈਲਟਰ ਲੈਣਾ ਕਿ ਬਈ ਅਸੀਂ ਤਾਂ ਇੱਥੇ ਹੀ ਰਹਾਂਗੇ, ਕਰ ਲਓ ਜੋ ਕਰਨਾ, ਉੱਥੇ ਜਾ ਕੇ ਸ਼ੈਲਟਰ ਲੈਣਾ। ਲਾਸਟ ਹੈਗੀ, ਅੱਛਾ ਆਪਾਂ ਨੇ ਇੱਕ ਚੀਜ਼ ਦੇਖੀ ਹੈ ਕਿ ਕੋਈ ਇੱਕ ਪੋਲਿਸੀ ਲਾਗੂ ਹੋਊਗੀ, ਜਿੰਨੀਆਂ ਵੀ ਪੋਲਿਸੀਜ਼ ਕਵਰ ਕੀਤੀਆਂ ਨੇ ਕੋਈ ਇੱਕ ਟਾਈਮ ਦੇ ਵਿੱਚ ਕੋਈ ਇੱਕ ਲਾਗੂ ਹੋਊਗੀ, ਪਰ ਨਾਲ ਹੀ ਬੱਚੇ ਇੱਥੇ ਆ ਗਈ ਡਿਊਲ ਪੋਲਿਸੀ। ਤੁਹਾਡੀ ਜਿਹੜੀ 6ਵੀਂ ਆ ਇਹ ਕਹਿ ਰਹੀ ਹੈ ਡਿਊਲ ਪੋਲਿਸੀ, ਇਹਦਾ ਮਤਲਬ ਹੈਗਾ ਹੈ ਡਿਊਲ ਡਬਲ ਪੋਲਿਸੀ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਅਗਰ ਫੋਰ ਐਗਜ਼ਾਮਪਲ ਆ ਹੈਗਾ ਜੀ ਸਾਡਾ ਇਲਾਕਾ, ਆ ਹੈਗਾ ਕਿਸੇ ਹੋਰ ਦਾ, ਆ ਹੈਗਾ ਕਿਸੇ ਹੋਰ ਦਾ, ਅਗਰ ਸਾਡੀ ਇਹਦੇ ਨਾਲ ਸੰਧੀ ਚੱਲ ਰਹੀ ਆ ਤਾਂ ਅਸੀਂ ਇਹਦੇ ਨਾਲ ਵਿਗਰਾਹ ਕਰ ਸਕਦੇ ਹਾਂ। ਅਗਰ ਸਾਡੀ ਇੱਕ ਦੇ ਨਾਲ ਸੰਧੀ ਚੱਲ ਰਹੀ ਆ ਤਾਂ ਅਸੀਂ ਦੂਸਰੇ ਨਾਲ ਵਿਗਰਾਹ ਕਰ ਸਕਦੇ ਹਾਂ ਕਿ ਇੱਕ ਟਾਈਮ ਤੇ ਅਸੀਂ ਦੋ ਪੋਲਿਸੀਜ਼ ਵੀ ਅਪਣਾ ਸਕਦੇ ਹਾਂ, ਪਰ ਮੌਕੇ ਦੇ ਅਕੋਰਡਿੰਗ। ਇੱਕ ਦੇ ਉੱਪਰ ਦੋ ਲਾਗੂ ਨਹੀਂ ਹੋਣਗੀਆਂ, ਇਹ ਧਿਆਨ 'ਚ ਰੱਖਣਾ। ਮੈਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਆ ਡਿਪਲੋਮੇਸੀ ਹੈ ਸਮਝ ਆ ਗਈ ਹੋਊਗੀ। ਠੀਕ ਹੈ, ਹੁਣ ਆਪਾਂ ਨੇ ਕਵਰ ਕਰਨਾ ਡਿਪਲੋਮੈਟਸ। ਡਿਪਲੋਮੈਟਸ ਹੁੰਦੇ ਸੀਗੇ ਬੱਚੇ 3 ਤਰ੍ਹਾਂ ਦੇ। ਹੁਣ ਆਪਾਂ ਲਗਭਗ ਆਪਣੇ ਸਿਸਟਮ ਤੇ ਪਹੁੰਚ ਚੁੱਕੇ ਹਾਂ। ਇਹ ਸਮਝ ਲਓ ਕਿ ਲਗਭਗ ਆਪਾਂ ਨੇ ਆਪਣਾ ਟੌਪਿਕ ਆ ਜਿਹੜਾ ਕਵਰ ਕਰ ਲਿਆ। ਬਸ ਅਗਲੇ 5 ਮਿੰਟ ਦੇ ਵਿੱਚ ਆਪਣਾ ਲੈਕਚਰ ਜਿਹੜਾ ਉਹ ਪੂਰਾ ਹੋ ਜਾਊਗਾ। ਡਿਪਲੋਮੈਟਸ, ਜਦੋਂ ਅਸੀਂ ਗੱਲ ਕਰਦੇ ਹਾਂ ਡਿਪਲੋਮੈਟਸ ਦੀ, ਡਿਪਲੋਮੈਟਸ ਦੇ ਵਿੱਚ ਆਉਂਦੀਆਂ ਨੇ ਆਪਣੇ ਕੋਲੇ 3 ਚੀਜ਼ਾਂ। ਪਹਿਲੀ ਹੈਗੀ ਆ ਨਿਸਰਿਹਰਦਤਾ, NISRIHARDADUTA। ਦੇਖੋ ਵੀ ਇਹਨਾਂ ਦੇ ਸਪੈਲਿੰਗ ਯਾਦ ਕਰਨੇ, ਇਹਨਾਂ ਦੇ ਨਾਮ ਯਾਦ ਕਰਨੇ, ਥੋੜੀ ਟੈਨਸ਼ਨ ਆ। ਮੈਂ ਬਹੁਤ ਜਗ੍ਹਾ ਤੋਂ ਮਟੀਰੀਅਲ ਇਕੱਠਾ ਕਰਕੇ ਤੁਹਾਡੇ ਵਾਸਤੇ ਆ ਨੋਟਸ ਬਣਾਇਆ, ਬਹੁਤ ਜਗ੍ਹਾ ਤੋਂ ਮਟੀਰੀਅਲ ਇਕੱਠਾ ਕਰਕੇ ਤੁਹਾਡੇ ਵਾਸਤੇ ਆ ਨੋਟਸ ਪ੍ਰਿਪੇਅਰ ਕਰ ਰਿਹਾ ਹਾਂ। ਠੀਕ ਹੈ, ਜਿਹੜੇ ਕਿ ਬਹੁਤ ਜਲਦੀ ਆਪਾਂ ਇਹਨਾਂ ਨੂੰ ਟਾਈਪਿੰਗ ਫਾਰਮ ਦੇ ਵਿੱਚ ਲੈ ਕੇ ਆਵਾਂਗੇ। ਉਹ ਸਾਰੀ ਟਾਈਪਿੰਗ ਫਾਰਮ ਆਪਾਂ ਨੇ ਤੁਹਾਡੇ ਨਾਲ ਹੀ ਸਾਂਝੀ ਕਰਨੀ ਆ। ਠੀਕ ਹੈ, ਸੋ ਮਿਹਨਤਾਂ ਬਹੁਤ ਚੱਲ ਰਹੀਆਂ ਨੇ, ਮੁੱਲ ਪਾ ਲਓ, ਤਿਆਰੀਆਂ ਕਰ ਲਓ, ਬਾਕੀਆਂ ਨਾਲ ਸਾਂਝਾ ਕਰ ਲਓ। ਖੈਰ ਆਪਾਂ ਕਰ ਰਹੇ ਹਾਂ 3 ਤਰ੍ਹਾਂ ਦੇ ਜਿਹੜੇ ਆਪਣੇ ਕੋਲੇ ਸੀਗੇ ਡਿਪਲੋਮੈਟ ਸੀਗੇ, ਜਿਹਦੇ ਵਿੱਚੋਂ ਪਹਿਲੇ ਆ ਗਏ ਨਿਸਰਿਹਰਦਤਾ, ਥਦਤਾ। दूसरे अपने को आ रहे हैं प्रीमित्रहदत्ता, PRIMITARDTHADUTA। तीसरे अपने को आ रहे हैं सासानहरदत्ता, सासानहरदत्ता। हुण ਇਹਦੇ ਕੋਲੇ ਹੁੰਦੀ ਆ ਜੀ ਫੁੱਲ ਫਲੈਜ ਅਥਾਰਟੀ, ਇਹਦੇ ਕੋਲੇ ਹੁੰਦੀ ਆ ਫੁੱਲ ਫਲੈਜ ਅਥਾਰਟੀ। ਇਹ ਹੁਕਮ ਵੀ ਲਾਗੂ ਕਰ ਸਕਦਾ ਹੈ, ਇਹ ਹੁਕਮ ਵੀ ਲਾਗੂ ਕਰ ਸਕਦਾ। ਫੁੱਲ ਫਲੈਜ ਅੰਬੈਸਡਰ ਹੁੰਦਾ ਸੀਗਾ, ਇਹ ਡਿਸੀਜਨ ਵੀ ਲੈ ਸਕਦਾ ਸੀਗਾ, ਇਹਦੇ ਕੋਲੇ ਪਾਵਰ ਵੀ ਹੁੰਦੀ ਸੀਗੀ। ਅੰਬੈਸਡਰ ਮਤਲਬ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਡਿਪਲੋਮੇਸੀ ਦੀ, ਕਿ ਰਾਜੇ ਨੇ ਕਿਸੇ ਬੰਦੇ ਨੂੰ ਭੇਜਿਆ ਜਾ ਕੇ ਫੈਸਲਾ ਕਰਕੇ ਆ, ਤਾਂ ਆ ਹੁੰਦਾ ਸੀਗਾ। ਇਹਦੇ ਅੰਡਰ ਆਉਂਦੇ ਸੀਗੇ ਪ੍ਰੀਮਿਤਰਹਦਤਾ। ਇਹ ਸਿਰਫ ਇਨਸਟਰਕਸ਼ਨਸ ਨੂੰ ਫੋਲੋ ਕਰਦੇ ਸੀਗੇ, ਸਿਰਫ ਇਨਸਟਰਕਸ਼ਨਸ ਨੂੰ ਫੋਲੋ ਕਰਦੇ ਸੀ। ਅੰਡਰਸਟੈਂਡ? ਇਸ ਤੋਂ ਬਾਅਦ ਬੱਚੇ ਆਪਣੇ ਕੋਲ ਆਉਂਦੇ ਸੀਗੇ ਸਾਸਨਹਰਦਤਾ। ਇਹ ਸਪੈਸ਼ਲ ਮੈਸੇਂਜਰ ਹੁੰਦੇ ਸੀਗੇ, ਸਪੈਸ਼ਲ ਸੁਨੇਹਾ ਪਹੁੰਚਾਉਣ ਵਾਲੇ ਹੁੰਦੇ ਸੀਗੇ, ਸਪੈਸ਼ਲ ਮੈਸੇਂਜਰ। ਸੋ ਇਹ ਸੀਗੇ ਇਹਨਾਂ ਦੇ ਡਿਪਲੋਮੈਟਸ। ਤੇ ਹੁਣ ਆਪਣੇ ਕੋਲੇ ਲਾਸਟ ਬਚੇ ਬੱਚੇ ਕੋਸ਼ਾ। ਕੋਸ਼ਾ ਮਤਲਬ ਆ ਇਕਨੋਮੀ, ਕੋਸ਼ਾ ਮਤਲਬ ਆ ਕੈਸ਼, ਕੋਸ਼ਾ ਮਤਲਬ ਆ ਪੈਸੇ ਦਾ ਲੈਣ ਦੇਣ। ਸੋ ਕੋਸ਼ਾ ਨੂੰ ਅਸੀਂ ਅੱਗੇ ਡਿਵਾਈਡ ਕਰਦੇ ਹਾਂ 2 ਭਾਗਾਂ ਦੇ ਵਿੱਚ। ਕੋਸ਼ਾ ਹੈ ਜਿਹੜਾ ਉਹ ਅੱਗੇ ਡਿਵੀਜ਼ਨ ਹੋਊਗੀ 2 ਭਾਗਾਂ 'ਚ। ਇੱਕ ਨੂੰ ਅਸੀਂ ਕਹਿ ਦਾਂਗੇ ਐਗਰੀਕਲਚਰ ਤੇ ਦੂਸਰਾ ਸਾਡਾ ਹੋਊਗਾ ਅਰਬਨ ਇਕਨੋਮੀ। ਸ਼ਹਿਰ ਦੇ ਵਿੱਚੋਂ ਤੁਸੀਂ ਪੈਸਾ ਕਿਵੇਂ ਇਕੱਠਾ ਕਰੋਗੇ, ਕਿਉਂਕਿ ਇਹ
दूसरी सेकंड अर्बन सिविलाइजेशन ਸੀਗੀ ਨਾ, ਸਾਰਾ ਸਿਸਟਮ ਹੁਣ ਸੈਕੰਡ ਅਰਬਨ ਸਿਵਲਾਈਜੇਸ਼ਨ ਚੱਲ ਰਿਹਾ ਨਾ ਮਹਾਜਨਪਦ ਤੋਂ। ਸੋ ਪਿੰਡ ਵੀ ਨੇ ਸਾਡੇ ਕੋਲੇ, ਸ਼ਹਿਰ ਵੀ ਨੇ। ਐਗਰੀਕਲਚਰ ਨੋ ਡਾਊਟ ਆਪਣੇ ਕੋਲੇ ਕੀ ਆਊਗਾ, ਬੈਕਬੋਨ ਆਫ ਇਕਨੋਮੀ ਆ ਇਹ। ਖੇਤੀ ਤੋਂ ਸਾਨੂੰ ਸਭ ਤੋਂ ਜ਼ਿਆਦਾ ਮਿਲ ਰਿਹਾ, ਬੈਕਬੋਨ ਆਫ ਇਕਨੋਮੀ। ਤੇ ਟੈਕਸ ਕਿੰਨਾ ਇਕੱਠਾ ਹੋਊਗਾ, 1/4 ਔਰ 1/6। ਇਹ ਅਸੀਂ ਟੈਕਸ ਕਲੈਕਟ ਕਰਾਂਗੇ ਫਸਲ ਦੇ ਹਿਸਾਬ ਦੇ ਨਾਲ, ਠੀਕ ਹੈ। ਅਰਬਨ ਇਕਨੋਮੀ ਦੇ ਵਿੱਚ ਕੀ ਆਉਂਦਾ ਬੱਚੇ, ਅਰਬਨ ਇਕਨੋਮੀ ਦੇ ਵਿੱਚ ਆਉਂਦਾ ਟ੍ਰੇਡ, ਜਿਹੜਾ ਅਸੀਂ ਲੋਕਾਂ ਨਾਲ ਬਿਜ਼ਨਸ ਕਰਦੇ ਹਾਂ, ਟ੍ਰੇਡ ਆ ਗਿਆ। ਇਹਦੇ ਵਿੱਚ ਮਰਚੈਂਟ ਬੇਸਡ ਇਕਨੋਮੀ ਆ ਗਈ। ਮਰਚੈਂਟ ਬੇਸਡ ਮਤਲਬ ਜਿਹੜੇ ਲੋਕੀ ਇੱਥੇ ਆ ਕੇ ਬਿਜ਼ਨਸ ਕਰਦੇ ਨੇ ਜਾਂ ਇੱਥੋਂ ਸਮਾਨ ਲੈ ਕੇ ਬਾਹਰ ਵੇਚਦੇ ਨੇ ਜਾਂ ਸਮਾਨ ਬਣਵਾਉਂਦੇ ਨੇ, ਵਪਾਰੀ ਹੋ ਗਏ, ਉਹ ਸਾਰਾ ਕੁਝ ਇਹਦੇ ਵਿੱਚ ਆ ਜਾਊਗਾ ਮਰਚੈਂਟ ਬੇਸਡ ਇਕਨੋਮੀ ਦੇ ਵਿੱਚ। ਇਸ ਤੋਂ ਬਾਅਦ ਬੱਚੇ ਸਾਡੇ ਕੋਲ ਆ ਰਿਹਾ ਆਰਟੀਸਨਸ। ਆਰਟੀਸਨ ਆਪਾਂ ਕਲਾਕਾਰਾਂ ਨੂੰ ਕਹਿ ਦਿੰਦੇ ਆ। ਆਰਟੀਸਨਸ ਜਿਹੜੇ ਸ਼ਿਲਪਕਾਰ ਹੋ ਗਏ, ਜਿਹੜੇ ਛੋਟੀ ਛੋਟੀ ਚੀਜ਼ਾਂ ਬਣਾਉਂਦੇ ਨੇ, ਘੁਮਿਆਰ ਹੋ ਗਏ, ਚੁਲਾਹੇ ਹੋ ਗਏ, ਮਿੱਟੀ ਦੇ ਭਾਂਡੇ ਬਣਾਉਣ ਵਾਲੇ ਹੋ ਗਏ, ਮੈਟਲ ਬਣਾਉਣ ਵਾਲੇ ਹੋ ਗਏ, ਅਲੱਗ-ਅਲੱਗ ਆਰਟੀਸਨਸ, ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਕ੍ਰਾਫਟ ਵਗੈਰਾ ਵਾਲੇ, ਇਹ ਵੀ ਇਹਦੇ ਵਿੱਚ ਹੀ ਆ ਜਾਂਦੇ ਨੇ, ਕ੍ਰਾਫਟਮੈਨ। ਸੋ ਇਸ ਦੇ ਨਾਲ ਆਪਣਾ ਫਸਟ ਐਮਪਾਇਰ ਦਾ ਮੌਰੀਅਨ ਐਮਪਾਇਰ ਖਤਮ ਹੋ ਰਿਹਾ। ਅਸੀਂ ਇਨਫੋਰਮੇਸ਼ਨ ਆਫ ਸੋਰਸਿਸ ਪੜ੍ਹਿਆ, ਅਸੀਂ ਮੌਰੀਅਨ ਰੂਲਰਸ ਬਾਰੇ ਪੜ੍ਹਿਆ ਜਿਹੜੇ ਮੇਨ ਸੀਗੇ, ਤੇ ਅਸੀਂ ਇਹਨਾਂ ਦਾ ਸਾਰਾ ਐਡਮਿਨਿਸਟ੍ਰੇਸ਼ਨ ਪੜ੍ਹਿਆ। ਅਸੀਂ 9 ਦੇ 9 ਪੁਆਇੰਟ ਕਵਰ ਕੀਤੇ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਾ ਕੁਝ ਈਚ ਐਂਡ ਐਵਰੀਥਿੰਗ ਇਨ ਡਿਟੇਲ ਸਮਝ ਆ ਗਿਆ ਹੋਊਗਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਹੁਣ ਤੱਕ ਬਣੇ ਹੋਏ ਹੋ ਨਾਲ, ਤੇ ਇੱਦਾਂ ਹੀ ਬਣੇ ਰਹੋ। ਆਪਾਂ ਅੱਗੇ ਬਹੁਤ ਕੁਝ ਹੋਰ ਕਰਨਾ ਹੈ। ਧੰਨਵਾਦ।